सिख सतगुर के प्यारियो, गावो सच्ची बानी। बानी तां गावो गुरु केरी, वाणिया सिर बानी। बानी गुरु गुरु है बानी, बिच बानी अमृत सारे। गुरु बानी कहे गुरबाणी कहे सेवक जन मानै, परतख गुरु निस्तारे। सुन बड़ भागिया हर अमृत बाणी राम, जिनको कर्म लिखी तिस हृदय समानी राम। अमृत बाणी हर हर तेरी, सुन सुन होवे परम गत मेरी। जलन बुझै शीतल होए मनुआ, सतगुर का दर्शन पाए जियो। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हो करी बखियान। अगम अगोचर सच साहिब मेरा, नानक बोले बुलाया तेरा। वाहिगुरु साहिब जी सिमरत सासत अंत न जाने। मूर्ख अंधा तत ना पसाणे, आपे करे कुराए करता। आपे भरम भुलाएंदा, सब किस आपे आप कुराए। आपे सिर सिर धंधा लाए, आपे थाप ओ थापे बिखै। गुरमुख आप बुझाएंदा, सच्चा गहवा गहर गंभीरा। सदा सलाई ता मन धीरा, अगम अगोचर कीमत नहीं पाई। गुरमुख मन बसाएदा, आप निरालम होर तंद लोई। गुर प्रसादी बुझै कोई, नानक नाम बसै घट अंतर। गुरमति मेल मिलाएंदा, आप निरालम होर धंधै लोई। गुर प्रसादी बुझै कोई, नानक नाम बस घट अंतर। गुरमति मेल मिलाएंदा। परम सन्मानयोग गुरु प्यारी साध संगत जी, बड़भागी हा साहिब जी की अपार बख्शिश हुई है। सानू अमृत वेले
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ, ਸੁਣਨ ਔਰ ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਗੁਰੂ ਪਿਆਰਿਓ, ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਜੋ ਆਪਾਂ ਅੰਮ੍ਰਿਤ ਬਾਣੀ ਇੱਕ ਓੰਕਾਰ ਤੋਂ ਲੜੀਵਾਰ ਵਿਚਾਰ ਸਹਿਤ ਸਰਵਣ ਕਰਦੇ ਆ ਰਹੇ ਹਾਂ। ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ। ਇਹ ਪਾਵਨ ਪਵਿੱਤਰ ਸ਼ਬਦ ਜਾਪ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਵਨ ਰਸਨਾ ਦੁਆਰਾ ਉਚਾਰਨ ਹੋਇਆ ਹੈ, ਜੋ ਕਿ ਮਾਰੂ ਰਾਗ ਵਿੱਚ ਸੁਸ਼ੋਭਿਤ ਹੈ। ਸ਼ਬਦ ਵਿੱਚ ਸਤਿਗੁਰਾਂ ਨੇ 16 ਪੌੜੀਆਂ ਦੀ ਕਿਰਪਾ ਕੀਤੀ ਹੈ। 12 ਪੌੜੀਆਂ ਆਪਾਂ ਪਿੱਛੇ ਵਿਚਾਰ ਸਹਿਤ ਸਰਵਣ ਕੀਤੀਆਂ ਹਨ। 4 ਪੌੜੀਆਂ ਜੋ ਬਾਕੀ ਰਹਿੰਦਾ ਜਾਪ ਆਪਾਂ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਤ ਬੁੱਧ ਬਖਸ਼ਿਸ਼ ਕਰਨ, ਵਿਚਾਰ ਕਰ ਸਕੀਏ। ਕੋਸ਼ਿਸ਼ ਕਰੀਏ ਸਾਹਿਬਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕਰਕੇ ਹਿਰਦੇ ਘਰ ਵਸਾਈਏ, ਜੀਵਨ ਵਿੱਚ ਲਾਗੂ ਕਰੀਏ, ਤਾਂ ਤੇ ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ, ਸ਼ਬਦ ਦੁਆਰਾ ਸਾਡੇ ਤੇ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਖੁਸ਼ੀਆਂ ਖੇੜੇ ਵਰਤਾ ਰਹੇ ਨੇ। ਇਹ ਕਿਰਪਾ, ਬਖਸ਼ਿਸ਼, ਖੁਸ਼ੀਆਂ ਖੇੜੇ ਸਾਡੇ ਵੀ ਜੀਵਨ ਵਿੱਚ ਆ ਜਾਵਣ। ਅਸੀਂ ਵੀ ਸੱਚ ਕਰਕੇ ਇਹ ਆਨੰਦ ਮਾਣੀਏ ਜ਼ਿੰਦਗੀ ਦਾ, ਜਿਹੜੇ ਆਨੰਦ ਦੇ ਪਰਥਾਏ ਬਾਣੀ ਵਿੱਚ ਵਾਰ-ਵਾਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹੈ ਵੀ ਇਹ ਪਿਆਰਿਆ, ਆਨੰਦ ਲੈ ਲਾ ਜ਼ਿੰਦਗੀ ਦਾ। ਆ ਜਿਹੜਾ ਜੀਵਨ ਮਿਲਿਆ ਵਡਮੁੱਲਾ ਜੀਵਨ ਹੈ, ਬੇਕੀਮਤੀ ਜੀਵਨ ਹੈ। ਇਹ ਜੀਵਨ ਐਸਾ ਮਨੁੱਖਾ ਜਨਮ ਸਤਿਗੁਰੂ ਜੀ ਕਹਿੰਦੇ ਭਾਈ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਦੀ ਕਿਰਪਾ ਸਦਕਾ ਕੋਈ ਪੁੰਨ ਦਾਨ ਕੀਤਾ ਹੋਇਆ ਕਰਮ ਉਭਰਿਆ, ਪਾਤਸ਼ਾਹ ਜੀ ਕਹਿੰਦੇ ਆ ਭਾਈ ਇਹ ਜੀਵਨ ਪ੍ਰਾਪਤ ਹੋਇਆ ਹੈ। ਕਿਉਂਕਿ ਸਤਿਗੁਰੂ ਜੀ ਕਹਿ ਰਹੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇ ਹੀ ਪਾਈ। ਇਹ ਮਾਨਸ ਦੇ ਪ੍ਰਾਪਤ ਹੋਈ ਹੈ। ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹ ਨੂੰ ਮਨੁੱਖਾ ਜਾਮੇ ਨੂੰ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੂੰ ਅਸੀਂ ਦੇਵਤੇ ਵੀ ਕਹਿੰਦੇ ਹਾਂ ਨਾ, ਉਹ ਵੀ ਕਹਿੰਦੇ ਭਾਈ ਇਹਦਾ ਸਿਮਰਨ। ਸਿਮਰਨ ਦਾ ਭਾਵ ਉਹ ਵੀ ਲੋਚਦੇ ਹੈ, ਮੰਗਦੇ ਹੈ ਵੀ ਕਿਤੇ ਸਾਨੂੰ ਮਨੁੱਖਾ ਜਾਮਾ ਮਿਲ ਜਾਵੇ। ਇਸ ਜਾਮੇ ਵਿੱਚ ਆ ਕਰਕੇ ਜੀਵ ਸਤਿਗੁਰੂ ਨੂੰ ਪਾ ਸਕਦਾ, ਪਰਮੇਸ਼ਰ ਨੂੰ ਪਾ ਸਕਦਾ, ਉਹਦਾ ਨਾਮ ਜਪ ਸਕਦਾ, ਉਹਦੇ ਨਾਲ ਇਕਮਿਕ ਹੋ ਸਕਦਾ ਹੈ। ਇਸੇ ਜੀਵਨ ਦੇ ਵਿੱਚ ਆ ਕੇ ਕਹਿ ਲਈ ਆਪਾਂ ਭਾਈ ਭਾਵੇਂ ਅਸੀਂ ਸੱਚਖੰਡ ਦੇ ਵਾਸੀ ਬਣ ਜਾਈਏ, ਇਸੇ ਜੀਵਨ ਦੇ ਵਿੱਚ ਮਾੜੇ ਕਰਮਾਂ 'ਚ ਪੈ ਕਰਕੇ ਭਾਵੇਂ ਅਸੀਂ ਨਰਕ ਦੇ ਅਧਿਕਾਰੀ ਬਣ ਜਾਈਏ, ਇਹ ਜੀਵਨ ਐਸਾ ਮੇਰੇ ਮਾਲਕ ਨੇ ਬਖਸ਼ਿਸ਼ ਕੀਤਾ। ਇਹਨੂੰ ਸੁਤੰਤਰ ਜੀਵਨ ਕਿਹਾ, ਆਜ਼ਾਦ ਜੀਵਨ ਕਿਹਾ। ਬਾਕੀ ਤਮਾਮ ਜੋਨਾਂ ਨੇ ਜਿੰਨੀਆਂ ਵੀ, ਇਹ ਸਾਰੀਆਂ ਹੀ ਇਸ ਮਨੁੱਖ ਦੇ ਗੁਲਾਮ ਬਣਾਈਆਂ ਪਾਤਸ਼ਾਹ। ਸਾਰੀ ਵੇਖਦੇ ਹਾਂ ਨਾ ਆਪਾਂ ਸੰਸਾਰ ਵਿੱਚ ਵੀ ਇਹ ਮਨੁੱਖ ਹੀ ਹੈ ਜਿਹੜਾ ਭਾਈ ਤਾਕਤਵਰ ਜਾਨਵਰਾਂ ਨੂੰ, ਪਸ਼ੂ ਪੰਛੀਆਂ ਨੂੰ ਕਿਵੇਂ ਪਿੰਜਰੇ 'ਚ ਪਾਈ ਬੈਠਾ ਹੈ। ਜੇ ਸ਼ੇਰ, ਚਿੱਤੇ, ਬਘਿਆੜ, ਹਾਥੀ ਆਦਿ ਇਹਦੇ ਗੁਲਾਮ ਬਣਾਏ ਹੋਏ ਹੈ। ਪਾਤਸ਼ਾਹ ਜੀ ਕਹਿੰਦੇ ਇੱਕੋ ਹੀ ਇੱਕ ਆ ਜੀਵਨ ਹੈ ਜਿਹੜਾ ਮਨੁੱਖਾ ਜਾਮਾ, ਇਹਨੂੰ ਪਾਤਸ਼ਾਹ ਨੇ ਸਰਦਾਰੀ ਦਿੱਤੀ ਹੈ, ਰਾਜਾ ਬਣਾਇਆ, ਸਿਰਮੌਰ ਬਣਾਇਆ।
ये वचन आप बड़ी बार पढ़ते हैं साहिबा। साहब जी कहते ने भाई 84 लख जोन सबाई मानस को प्रभ दी वडियाई, वडियाइयां दित्तियां ने मनुख नूं। ये भी पढ़ते हैं बचन साहब जी आंदे आबर जोन तेरी पनिहारी, इस धरती में तेरी सिकदारी, तेरा सिक्का चलता है। ताते आओ साहबा ने समझाया है बाणी द्वारा भी ऐ जीव ऐ मीना किते, इस जीवन नूं अजाई गवा ली, ये तो लाहा है। ਇਹਦੇ ਨਾਲ ऐसे कर्म कर तेरा भी भला होवे, तेरे कर्मां द्वारा होर भी जीआ जनता दा भला होवे, होरां नूं भी खुशियां मिलन। ਇਹੋ ਜਿਹੇ कर्म कर पातशाह जी कहंदे, परोपकार करिया कर। पातशाह जी कहंदे इस शरीर मिले दे नाल सेवा सिमरन करिया कर, क्योंकि जे ਇਹੋ ਜਿਹੇ कर्म ना कीते ਤਾਂ ਇਸ ਸਰੀਰ ਨੂੰ ਪਾਤਸ਼ਾਹ ਨੇ ਆਖਣਾ ਕੀਤਾ ਵੀ ਕਿਸੇ ਕਰਮ ਦਾ ਨਹੀਂ ਹੈ। ਭਾਈ ਸਾਹਿਬ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ, ਉਹ ਕਹਿੰਦੇ ਨੇ ਧਰੇਗ ਸਿਰ ਜੋ ਗੁਰ ਨਾ ਨਿਭੈ, ਗੁਰ ਲੱਗੇ ਨਾ ਚਰਣੀ। ਜਿਹੜਾ ਸਿਰ ਗੁਰੂ ਕੇ ਚਰਨਾਂ ਦੇ ਨਾਲ ਨਹੀਂ ਜੁੜਦਾ, ਗੁਰੂ ਅੱਗੇ ਨਤਮਸਤਕ ਨਹੀਂ ਹੁੰਦਾ, ਉਹਨੂੰ ਲਾਹਨਤ ਦਿੱਤੀ। ਪਾਤਸ਼ਾਹ ਕਹਿੰਦੇ ਤ੍ਰਿਕਾਰ ਹੈ, ਕਹਿੰਦੇ ਧਰੇਗ ਸਿਰ ਜੋ ਗੁਰ ਨਾ ਨਿਭੈ, ਗੁਰ ਲੱਗੇ ਨਾ ਚਰਣੀ। ਤ੍ਰੈਗ ਲੋਇਣ ਗੁਰਦਰਸ਼ ਬਣ, ਵੇਖੇ ਪਰ ਤਰਣੀ। ਕਹਿੰਦੇ ਭਾਈ ਇਹ ਲੋਹਣ ਵੀ ਤ੍ਰਿਕਾਰ ਜੋ ਜਿੱਦਦਾਰ ਨਹੀਂ ਕਰਦੇ, ਲੋਹਣਾਂ ਨੂੰ ਵੀ ਕਿਹਾ ਤੇ ਨਾਲ ਭਾਵ ਕਿ ਇਸ ਜੇਬਾਂ ਨੂੰ ਵੀ ਕਿਹਾ, ਮੁਖ ਨੂੰ ਵੀ ਕਿਹਾ। ਤ੍ਰੈਗ ਜਿੱਥੇ ਤ੍ਰਿਕਾਰ ਲੋਹਣਾਂ ਨੂੰ ਕਿਹਾ। ਤ੍ਰੈਗ ਕਹਿੰਦੇ ਨੇ ਭਾਈ ਤ੍ਰਿਕਾਰ ਜੋਗ ਲਾਹਣਤਾ ਜੋਗ, ਭਾਵ ਕਿ ਸਾਰੇ ਸਰੀਰ ਦੇ ਅੰਗਾਂ ਨੂੰ ਕਹਿੰਦੇ ਆ ਤੇ ਆਖਰ ਹੱਥ ਪੈਰ ਨੂੰ ਵੀ ਕਹਿੰਦੇ ਆ। ਧ੍ਰਿਗ ਬਿਨ ਸੇਵਾ ਧ੍ਰਿਗ ਹੱਥ ਪੈਰ, ਹੋਰ ਨੇ ਭਲ ਕਰਨੀ। ਬਿਨਾਂ ਸੇਵਾ ਤੋਂ ਹੱਥ ਪੈਰ ਵੀ ਲਾਹਣਤਾ ਜੋਗ। ਹੋਰ ਜੋ ਵੀ ਕਰਮ ਕਰਦੇ ਆ ਠੀਕ ਹੈ, ਪਰ ਸੇਵਾ ਭਾਵਨਾ ਉਹ ਗੁਰੂ ਕੇ ਅਸੂਲ ਜੋ ਸਾਹਿਬ ਜੀ ਸਾਨੂੰ ਸਮਝਾਏ ਹੈ ਵੀ ਇਸ ਤਰੀਕੇ ਨਾਲ ਆਪਣੇ ਫਰਜ਼ ਨਿਭਾਉਂਦੇ ਹੋਏ ਭਾਈ ਇਮਾਨਦਾਰੀ ਨਾਲ ਕਰਮ ਕਰਨੇ, ਆਪਣੇ ਜਾਣ ਕੇ ਕਰਮ ਕਰਨੇ। ਇਸੇ ਕਰਕੇ ਸਾਹਿਬ ਨੇ ਸਾਨੂੰ ਬਾਣੀ ਵਿੱਚ ਬੇਅੰਤ ਬਚਨਾਂ ਦੁਆਰਾ ਸਮਝਾਉਣਾ ਕੀਤਾ। ਗੁਰਸਿੱਖਾਂ ਤੇ ਤੁਹਾਡੀ ਕਿਰਪਾ ਕੀਤੀ ਹੈ, ਕਹਿ ਲਈ ਆਪਾਂ ਵੀ ਆਹ ਸਾਰਾ ਜੀਵਨ ਜਾਚਨਾ ਸਾਨੂੰ ਦੇ ਦਿੱਤੀ। ਜੇ ਬਾਣੀ ਨਾਲ ਜੁੜ ਕਰਕੇ ਜੀਵ ਚੱਲੇ, ਆ ਜੀਵਨ ਨੂੰ ਬਸਰ ਕਰੇ ਤੇ ਘਾਟ ਕੋਈ ਨਹੀਂ, ਦੁੱਖ ਕੋਈ ਨਹੀਂ ਹੈ, ਫਿਰ ਆਨੰਦ ਹੀ ਆਨੰਦ ਹੈ। ਇਸੇ ਕਰਕੇ ਪਾਤਸ਼ਾਹ ਨੇ ਆਖਣਾ ਕੀਤਾ ਭਾਈ ਸੱਚ ਸਰੂਪ ਜੇ ਬਣਨਾ, ਜੇ ਸੱਚੇ ਨਾਲ ਜੁੜਨਾ, ਸੱਚੇ ਨੂੰ ਪਾਉਣਾ, ਤਾਂ ਸਾਹਿਬ ਜੀ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸੱਚ ਦਾ ਸਰੂਪ, ਵਾਹਿਗੁਰੂ ਦਾ ਸਰੂਪ, ਪ੍ਰਮਾਤਮਾ ਦਾ ਸਰੂਪ ਭਾਈ ਇਹ ਸੱਚੀ ਬਾਣੀ ਹੈ ਗੁਰੂ ਕੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਕੀ ਕਰਨਾ ਫਿਰ ਗੁਰਸਿੱਖ ਨੇ? ਸਾਹਿਬ ਕਹਿੰਦੇ ਗੁਰਬਾਣੀ ਬਣੀ ਹੈ, ਬਸ ਗੁਰਬਾਣੀ ਜੈਸੇ ਬਣ ਜਾਈਏ। ਜੋ ਗੁਰਬਾਣੀ ਵਿੱਚ ਬਚਨ ਨੇ, ਸੇਧਾਂ ਨੇ, ਜੀਵਨ ਜਾਚਾਂ ਨੇ, ਇਹਨਾਂ ਨੂੰ ਅਪਣਾਉਣਾ ਕਰੀਏ। ਪਾਤਸ਼ਾਹ ਜੀ ਕਹਿੰਦੇ ਫਿਰ ਰਹਿਮਤਾਂ ਨੇ ਬਖਸ਼ਿਸ਼ਾਂ ਹੀ ਹਨ, ਨਹੀਂ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਜਿਹੜਾ ਸਾਰੇ ਧਰਮ ਮੁਬਾਰਕ ਨੇ, ਪਰ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਖਾਸ ਕਰਕੇ ਸਿੱਖਿਆ ਦਿੱਤੀ ਹੈ। ਬਾਕੀ ਤਾਂ ਹੈ ਸਿੱਖਿਆ ਸਭ ਨਾਲ ਲਈ, ਕੋਈ ਵੀ ਸਿੱਖਿਆ ਲੈ ਸਕਦਾ ਗੁਰੂ ਸਾਹਿਬ ਦੀ ਬਾਣੀ ਤੋਂ, ਪਰ ਆਪਣੇ ਸਿੱਖ ਨੂੰ ਖਾਸ ਕਰਕੇ ਆਖਿਆ ਵੀ ਇਹ ਗੁਰਸਿੱਖਾ ਗੁਰਬਾਣੀ ਨਾਲ ਜੁੜ ਕੇ ਚੱਲੀ ਭਲਾ ਹੋਏਗਾ। ਠੀਕ ਹੈ, ਬੇਅੰਤ ਧਾਰਮਿਕ ਗ੍ਰੰਥ ਨੇ ਸੰਸਾਰ ਦੇ, ਬੇਅੰਤ ਸਤਿਕਾਰ ਹੈ ਸਭਨਾਂ ਦਾ, ਪਰ ਪਾਤਸ਼ਾਹ ਜੀ ਨੇ ਜੋ ਬਾਣੀ ਦੁਆਰਾ ਕਿਰਪਾ ਕੀਤੀ ਹੈ, ਪਾਤਸ਼ਾਹ ਜੀ ਕਹਿੰਦੇ ਭਾਈ ਹੋਰ ਕਿਤੋਂ ਨਹੀਂ ਹੋਣੀ। ਠੀਕ ਹੈ, ਸਿਮਰਤ ਨੇ, ਸ਼ਸਤਰ ਨੇ, ਵੇਦ ਨੇ, ਪੁਰਾਣ ਨੇ, ਕੁਰਾਨ ਹੈ, ਅੰਜੀਲ ਹੈ, ਹੋਰ ਬੇਅੰਤ ਧਾਰਮਿਕ ਗ੍ਰੰਥ ਨੇ। ਪਾਤਸ਼ਾਹ ਜੀ ਕਹਿੰਦੇ ਨੇ ਭਾਰਿਓ ਜਿਹੜੇ ਸਿਮਰਤ ਸ਼ਸਤਰ ਵੇਦ ਇਤਆਦਿਕ ਪਾਪਾਂ ਪੁੰਨਾਂ ਦੀਆਂ ਵਿਚਾਰਾਂ ਦੱਸਦੇ ਆ, ਨਰਕ ਸੁਰਗ ਬਾਰੇ ਸਮਝਾਉਂਦੇ ਆ, ਭਲੇ ਬੁਰੇ ਦਾ ਗਿਆਨ ਕਰਵਾਉਂਦੇ ਆ,
पर असल जिहड़ा परमात्मा है, वाहिगुरु है, अल्लाह है, खुदा ताला भगवान जिहड़ा इक्को ही है ते नाम अनेका, ਉਹਦੇ ਬਾਰੇ ਸਾਂਝ ਗੇਬਲ ਗੁਰਬਾਣੀ ਦੁਆਰਾ ਮਾਲਕ ਕਿਰਪਾ ਕਰਦੇ। ਸਾਹਿਬ ਕਹਿੰਦੇ ਜਿਹੜੀ ਇੱਕ ਦੀ ਗੱਲ ਅਕਾਲ ਪੁਰਖ ਵਾਹਿਗੁਰੂ ਦੀ ਹੈ, ਉਹਦੇ ਪਰਥਾਏ ਜੇ ਸਮਝਣਾ ਗੁਰਸਿੱਖ ਨੂੰ ਬਾਣੀ ਨਾਲ ਜੁੜਨਾ ਪਊ। ਪਾਤਸ਼ਾਹ ਜੀਆਂ ਨੇ ਇਹ ਕਿਰਪਾ ਕੀਤੀ ਹੈ। ਰਹੋ ਵਿਚਾਰ ਆਓ। ਅੱਜ 4 ਪੌੜੀਆਂ ਦਾ ਜਾਪ ਹੈ ਜਿਹੜਾ ਆਪਾਂ ਸਰਵਣ ਕੀਤਾ। ਇੱਥੇ ਆ ਕੇ ਵੀ ਸਤਿਗੁਰੂ ਜੀ 13ਵੀਂ ਪੌੜੀ ਤੋਂ ਆਪਾਂ ਜਾਪ ਸਰਵਣ ਕੀਤਾ। 16 ਪਦਿਆਂ ਦਾ ਸ਼ਬਦ ਹੈ। 13ਵੀਂ ਪੌੜੀ ਵਿੱਚ ਸਾਹਿਬ ਨੇ ਇਹੀ ਆਖਣਾ ਕੀਤਾ, ਸਿਮਰਤ ਸਾਸਤ ਅੰਤ ਨਾ ਜਾਣੇ। ਸ਼ਾਸਤਰ ਸਿਮਰਤ ਨੇ ਜਿਹੜੇ, ਠੀਕ ਹੈ, ਭਲਾ ਸਮਝਾਉਂਦੇ ਆ ਸਾਨੂੰ, ਕਰਮਾਂ ਬਾਰੇ ਸਮਝਾਉਂਦੇ ਆ, ਪਰ ਪਾਤਸ਼ਾਹ ਕਹਿੰਦੇ ਅੰਤ ਨਹੀਂ, ਮਾਲਕ ਦਾ ਅੰਤ, ਵਾਹਿਗੁਰੂ ਦਾ, ਪਿਆਰੇ ਦਾ, ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਤੇ ਇਸ ਮਾਲਕ ਨਾਲ ਜੇ ਜੁੜਨਾ, ਉਹਦਾ ਅੰਤ ਲੈਣਾ, ਕਿ ਲਈ ਅੰਤ ਕੀ, ਆਖਰ ਵਾਹਿਗੁਰੂ ਤੇ ਪਹੁੰਚਣਾ, ਇੱਕਮਿਕ ਹੋਣਾ, ਇਹ ਜਿੰਦ ਨੂੰ, ਆਤਮਾ ਨੂੰ ਪਰਮਾਤਮਾ ਨਾਲ ਰਲਾਉਣਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਪਊਗਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਸ ਬਾਣੀ ਦੁਆਰਾ ਰਹਿਮਤਾਂ ਬਰਸਾਉਂਦਾ, ਕਿਉਂਕਿ ਜਿਤਨੇ ਵੀ ਧਾਰਮਿਕ ਗ੍ਰੰਥ ਪੜ੍ਹਦੇ ਆ, ਜਿਨ੍ਹਾਂ ਉਚਾਰਨਾ ਕੀਤਾ, ਉਹਨਾਂ ਨੇ ਕਹਿ ਦਿੱਤਾ ਵੀ ਭਾਈ ਅਸੀਂ ਉਚਾਰ ਰਹੇ ਹਾਂ, ਅਸੀਂ ਤੁਹਾਨੂੰ ਆ ਸਮਝਾ ਰਹੇ ਹਾਂ, ਪਰ ਗੁਰੂ ਕੀ ਬਾਣੀ ਜਦੋਂ ਪੜਾਂਗੇ, ਸੁਣਾਂਗੇ, ਇੱਥੇ ਉਚਾਰਨ ਵਾਲੇ ਸਾਹਿਬਾ ਕੀ ਕਹਿੰਦੇ ਹੈ, ਕਹਿ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿੰਦੇ ਆ ਪਿਆਰਿਓ, ਜਿਹੋ ਜੀ ਖਸਮ, ਖਸਮ ਮਾਲਕ ਨੂੰ ਕਹਿੰਦੇ ਆ, ਸੁਆਮੀ ਨੂੰ ਕਹਿੰਦੇ ਆ, ਠਾਕੁਰ ਨੂੰ, ਪਰਮਾਤਮਾ ਨੂੰ ਕਹਿੰਦੇ, ਵੀ ਜਿਹੋ ਜੀ ਸਾਨੂੰ ਮਾਲਕ ਦੀ ਬਾਣੀ ਭਾਵ ਆ ਰਹੀ ਹੈ, ਉਸ ਵਾਹਿਗੁਰੂ ਵੱਲੋਂ ਜੋ ਹੁਕਮ ਆ ਰਿਹਾ, ਕਹਿੰਦੇ ਭਾਈ ਉਹ ਗਿਆਨ ਅਸੀਂ ਅੱਗੇ ਦੱਸ ਰਹੇ ਹਾਂ। ਇਹ ਬਾਣੀ ਸਾਡੀ ਨਹੀਂ, ਪਾਤਸ਼ਾਹ ਆਖਣਾ ਕੀਤਾ, ਕਹਿੰਦੇ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਕਹਿੰਦੇ ਅਸੀਂ ਆਪ ਬੋਲਣਾ ਨਹੀਂ ਜਾਣਦੇ, ਏਦਾਂ ਇਹ ਤਾਂ ਸਭ ਹੁਕਮ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ, ਉਹਦਾ ਹੁਕਮ ਬਜਾ ਰਹੇ ਹਾਂ ਅਸੀਂ। ਇਤਿਹਾਸ ਪੜ੍ਹਦੇ ਆ ਨਾ ਆਪਾਂ ਗੁਰੂ ਪਿਆਰਿਓ, ਜਦੋਂ ਪਤਾ ਲੱਗਾ ਸੀ ਵੀ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗ੍ਰੰਥ ਰਚ ਰਹੇ ਨੇ, ਬਾਣੀ ਰਚ ਰਹੇ ਨੇ, ਬੇਅੰਤ ਭਗਤਾਂ ਪਿਆਰਿਆਂ ਦੀ, ਗੁਰਸਿੱਖਾਂ ਦੀ, ਭੱਟ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ, ਜਿਨ੍ਹਾਂ ਦੇ ਬਾਰੇ ਮਾਲਕ ਕਿਉਂਕਿ ਅੰਤਰਜਾਮੀ ਜਾਣਦੇ ਸੀ ਵੀ ਇਹ ਸੱਚ ਦੀ ਵਾਰਤਾ ਵਾਲੇ ਆ, ਸੱਚ ਨਾਲ ਜੁੜੇ ਹੋਏ ਆ, ਇਹਨਾਂ ਨੇ ਵਿਸ਼ੇ ਵਿਕਾਰਾਂ ਨੂੰ ਕਾਬੂ ਕੀਤਾ ਹੋਇਆ। ਤੇ ਗੁਰੂ ਪਿਆਰਿਓ, ਉਹਨਾਂ ਦੀ ਬਾਣੀ ਇਕੱਤਰ ਕੀਤੀ ਰੱਬੀ ਪਿਆਰ ਵਾਲਿਆਂ ਦੀ, ਤੇ ਬੇਅੰਤਾਂ ਨੂੰ ਪਤਾ ਲੱਗਿਆ ਬਈ ਭੱਟਾਂ ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਲਿਖ ਰਹੇ ਨੇ, ਵਾਰਤਾ ਲਿਖ ਰਹੇ ਨੇ, ਤੇ ਆਏ ਵੀ ਸਾਡੀ ਵੀ ਲਿਖੋ ਬਾਬਾ, ਅਸੀਂ ਵੀ ਭਗਤਾਂ, ਸਾਨੂੰ ਵੀ ਦੁਨੀਆ ਭਗਤ ਆਖਦੀ ਹੈ। ਤੇ ਗੁਰੂ ਬਾਬਾ ਜੀ ਨੇ ਆਖੜਾ ਕੀਤਾ, ਪਿਆਰਿਓ ਇਹ ਬਾਣੀ ਕਿਸੇ ਦੀ ਨਹੀਂ, ਇਹ ਤਾਂ ਅਕਾਲੀ ਬਾਣੀ ਹੈ, ਅਗੰਮੀ ਬਾਣੀ ਹੈ, ਅਲਾਹੀ ਬਾਣੀ ਹੈ, ਦਰਗਾਹੀ ਬਾਣੀ ਹੈ, ਨਿਰੰਕਾਰੀ ਬਾਣੀ ਹੈ। ਪਾਤਸ਼ਾਹ ਆਖਣਾ ਕੀਤਾ, ਕਹਿੰਦੇ ਜੀ ਸਾਡੀ ਜ਼ਰੂਰ ਲਿਖੋ, ਅਸੀਂ ਵੀ ਭਗਤਾਂ। ਤੇ ਪਾਤਸ਼ਾਹ ਕਹਿੰਦੇ ਠੀਕ ਹੈ ਪਿਆਰਿਓ, ਲਿਆਓ, ਜੇ ਲਿਖਣ ਵਾਲੀ ਹੋਵੇਗੀ ਲਿਖ ਦਿਆਂਗੇ, ਦੱਸੋ ਫਿਰ, ਉਚਾਰੋ ਫਿਰ। ਤੇ ਉਚਾਰਨ ਵਾਲਿਆਂ ਕੋਈ ਕਹਿੰਦਾ ਹੈ, ਚੁੱਪ ਬੇਅੜਿਆ, ਚੁੱਪ ਬੇਅੜਿਆ, ਬੋਲਣ ਕੀ ਕੋਈ ਲੋੜ ਨਹੀਂ, ਕਾਨਾ ਸੱਜੂ ਪੀਲੂ ਆਏ ਸਨ। ਤੇ ਪਾਤਸ਼ਾਹ ਕਹਿੰਦੇ ਪਿਆਰਿਆ ਬਾਣੀ ਉਚਾਰਦਾ ਤੇ ਨਾਲ ਕਹਿੰਦਾ ਬੋਲਣ ਦੀ ਲੋੜ ਹੀ ਨਹੀਂ ਹੈ। ਕੈਸੀ ਬਾਣੀ ਹੈ? परमात्मा ने जेबा दिती है, बोलण लई दिती है, तो शुभ शुभ वचनोच्चारण करिए। बोलना चाहिए, चुप क्यों? पर चुप होना चाहिए किथे? क्योंकि पातशाह आखना कीता भी असल विच कहंदे बंदा वो है, अखवाने सब ही आपां भी आपां बंदे आ, पर सतगुरां ने बाणी विच थोड़ियां निशानियां दसियां असल बंदे दियां।
ਵੀ ਅਸਲ ਕਰਕੇ ਬੰਦਾ ਕੌਣ ਹੁੰਦਾ। ਤੇ ਬਸ ਸਤਿਗੁਰੂ ਜੀ ਬਾਣੀ ਦੇ ਕਹਿੰਦੇ ਆ, ਬਖਤ ਵਿਚਾਰੇ ਸੋ ਬੰਦਾ ਹੋਏ। ਕਹਿੰਦੇ ਜਿਹੜਾ ਬਖਤ ਦੀ ਵਿਚਾਰ ਕਰਦਾ, ਸਮੇਂ ਦੀ ਨਿਆਜਕ ਨੂੰ, ਨਬਜ ਨੂੰ ਸਮਝ ਕੇ ਚੱਲਦਾ ਹੈ, ਉਹ ਅਸਲ ਵਿੱਚ ਬੰਦਾ ਹੈ। ਇੱਕ ਹੋਰ ਨਿਸ਼ਾਨੀ ਦਿੱਤੀ ਪਾਤਸ਼ਾਹ, ਕਹਿੰਦੇ ਬੰਦਾ ਕੌਣ ਹੈ? ਬੰਦਾ ਹੋਏ ਜੋ ਬੰਦਗੀ ਗਏ। ਕਹਿੰਦੇ ਬੰਦਾ ਉਹ ਹੁੰਦਾ ਜਿਹੜਾ ਬੰਦਗੀ 'ਚ ਚੱਲ ਜਾ। ਬੰਦਗੀ ਦਾ ਭਾਵ ਕਾਇਦੇ ਕਾਨੂੰਨ ਕੁਦਰਤ ਨੂੰ ਸਮਝ ਕੇ ਚੱਲਣਾ, ਨਿਯਮਾਂ ਵਿੱਚ ਰਹਿਣਾ, ਉਹਨੂੰ ਬੰਦਾ ਕਹਿੰਦੇ ਆ। ਵੀ ਨਿਯਮ ਸਮਝਣੇ, ਜ਼ਿੰਦਗੀ ਦੇ ਅਸੂਲ ਬਣਾ ਕੇ ਚੱਲਣਾ, ਉਹ ਬੰਦਾ। ਭਾਵ ਕਿ ਐਸੀਆਂ ਇਹ ਨਿਸ਼ਾਨੀਆਂ ਦੱਸੀਆਂ ਸਾਹਿਬਾਂ ਨੇ ਬਾਣੀ ਦੇ ਵਿੱਚ ਵੀ ਭਾਈ ਇਹੋ ਜਿਹਾ ਬੰਦੇ ਦੇ ਕਰਮ ਹੁੰਦੇ ਆ। ਤੇ ਬਾਕੀ ਅਸੀਂ ਆਪੋ ਆਪਣੇ ਤੇ ਬਾਣੀ ਲਾ ਕੇ ਵੇਖ ਸਕਦੇ ਹਾਂ ਵੀ ਸਾਡੇ 'ਚ ਅਸੂਲ ਹਨ ਜਾਂ ਨਹੀਂ ਹਨ। ਖੈਰ ਗੁਰੂ ਪਿਆਰਿਓ, ਵੀ ਅਸੀਂ ਬਾਣੀ ਨੂੰ ਸਮਝਦੇ ਨਹੀਂ, ਤਾਂ ਕਰਕੇ ਇਹੋ ਜਿਹੇ ਜਿਹੜੇ ਵਾਰਤਾ ਸਮਝਾਈ ਪਾਤਸ਼ਾਹ ਨੇ ਸਾਡੀ ਸਮਝ ਵਿੱਚ ਨਹੀਂ ਆਈ। ਸਰੋਹ ਵਿਚਾਰ ਸਭ ਕਹਿੰਦੇ ਪਿਆਰਿਓ, ਜਿਹੜਾ ਸਮੇਂ ਨੂੰ ਸਮਝ ਕੇ ਚੱਲਦਾ ਹੈ ਉਹ ਬੰਦਾ ਹੁੰਦਾ ਅਸਲ ਵਿੱਚ। ਠੀਕ ਹੈ, ਪਰ ਇਹੋ ਹੀ ਨਹੀਂ ਵੀ ਚੋਪੀ ਵੱਟ ਲੈਣੀ, ਮੋਨੀ ਬਣ ਜਾਣਾ। ਤੇ ਪਾਤਸ਼ਾਹ ਨੇ ਤਾਂ ਆਖਣਾ ਕੀਤਾ ਹੈ ਵੀ ਪਿਆਰਿਓ, ਜੇ ਮੋਨੀ ਵੀ ਬਣ ਗਏ, ਚੁੱਪ ਵੀ ਹੋ ਗਏ, ਚੁੱਪ ਹੋ ਕੇ ਫਿਰ ਗੱਲ ਤਾਂ ਨਹੀਂ ਬਣਦੀ। ਉਹ ਮੌਨ ਭਇਓ ਕਿਰਪਾਤੀ ਰਹਿਓ। ਪਾਤਸ਼ਾਹ ਕਹਿੰਦੇ ਨੇ ਮੌਨ ਭਇਓ ਕਿਰਪਾਤੀ ਰਹਿਓ। ਪਾਤਸ਼ਾਹ ਕਹਿੰਦੇ ਅਗਰ ਪ੍ਰਿਓ ਬਨ ਮਾਹੀ, ਪੰਜ ਜਨਾ ਸੋ ਸੰਗ ਨਾ ਛੁਟਕਿਓ। ਪਾਤਸ਼ਾਹ ਜੀ ਕਹਿੰਦੇ ਆਹਵਤ ਨਾ ਨਾਹੀ। ਕਹਿੰਦੇ ਪਿਆਰਿਓ, ਜੇ ਪੰਜ ਦਾ ਭਾਵ ਕੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ। ਕਹਿੰਦੇ ਜੇ ਇਹਨਾਂ ਦਾ ਸੰਗ ਹੀ ਨਹੀਂ ਸੁੱਟਿਆ, ਇਧਰੋਂ ਬਚੜਾ ਹੀ ਨਹੀਂ ਕੀਤਾ, ਤੇ ਪਾਤਸ਼ਾਹ ਕਹਿੰਦੇ ਭਾਵੇਂ ਮੌਨ ਧਾਰ ਲਿਆ ਪਿਆਰਿਆ, ਭਾਵੇਂ ਬਣਾ ਵਿੱਚ ਚਲਿਆ ਗਿਆ, ਵਸਤਰ ਵੀ ਭਾਵੇਂ ਰਹਿਣ ਲੱਗ ਗਿਆ, ਪਰ ਸਾਹਿਬ ਕਹਿੰਦੇ ਏਦਾਂ ਗੱਲ ਨਹੀਂ ਬਣਨੀ। ਸਰੋਹ ਵਿਚਾਰ ਮੌਨ ਦੀ ਗੱਲ। ਪਾਤਸ਼ਾਹ ਕਹਿੰਦੇ ਜੇਬਾ ਦਿੱਤੀ ਹੈ, ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਸ ਸੁਣੀਏ ਕਿਸ ਕਹੀਏ। ਕਹਿੰਦੇ ਜਿੰਨਾ ਚਿਰ ਦੁਨੀਆ 'ਚ ਵਿਚਰਦਿਆਂ ਕੁਝ ਸੁਣਨਾ ਵੀ ਚਾਹੀਦਾ। ਪ੍ਰਮਾਤਮਾ ਨੇ ਜੋ ਜੋ ਅੰਗ ਲਾਏ ਨੇ ਇਹ ਕਰਮ ਕਰਨ ਨੂੰ ਹੀ ਲਾਏ ਨੇ। ਜੋ ਜੋ ਕੰਨ ਲਾਏ ਨੇ ਸੁਣਨ ਨੂੰ ਲਾਏ ਨੇ, ਜੇਬਾ ਦਿੱਤੀ ਹੈ ਬੋਲਣ ਨੂੰ ਦਿੱਤੀ ਹੈ। ਤੇ ਹੁਣ ਜੇਬਾ ਹੁੰਦਿਆਂ ਹੋਇਆ ਬੰਦਾ ਬੋਲੇ ਨਾ, ਇਹ ਚੰਗੀ ਗੱਲ ਨਹੀਂ ਹੈ। ਪਾਤਸ਼ਾਹ ਕਹਿੰਦੇ ਪਿਆਰਿਆ, ਜਿੰਨਾ ਚਿਰ ਦੁਨੀਆ 'ਚ ਰਹਿਣਾ ਕੁਝ ਬੋਲਣਾ ਵੀ ਚਾਹੀਦਾ ਸਾਨੂੰ, ਕੁਝ ਸੁਣਨਾ ਵੀ ਚਾਹੀਦਾ। ਦੋਏ ਪੱਖ ਕਿਹਾ ਵੀ ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਸ ਸੁਣੀਏ ਕਿਸ ਕਹੀਏ। ਵੀ ਜਿੰਨਾ ਚਿਰ ਰਹਿੰਦੇ ਸੁਣਨਾ ਵੀ ਚਾਹੀਦਾ। ਤੇ ਕਈਆਂ ਦੀ ਆਦਤ ਹੁੰਦੀ ਹੈ ਸੁਣਦੇ ਕਿਸੇ ਦੀ ਨਹੀਂ ਹੁੰਦੀ, ਆਪਣੇ ਹੀ ਬੋਲੀ ਜਾਂਦੇ ਹੁੰਦੇ ਆ। ਬੜਿਆਂ ਦੀ ਆਦਤ ਐਸੀ ਵੀ ਹੁੰਦੀ ਆ, ਉਹ ਕਹਿੰਦੇ ਮਹੀਂ ਸਿਆਣਾ, ਮੇਰੀ ਗੱਲ ਹੀ ਸੁਣ, ਤੁਸੀਂ ਚੁੱਪ ਰਹੋ, ਬੋਲਣ ਨਹੀਂ ਦਿੰਦੇ ਕਿਸੇ ਨੂੰ। ਉਹ ਕਹਿੰਦੇ ਮੈਨੂੰ ਸਭ ਪਤਾ। ਐਸਾ ਵੀ ਨਹੀਂ ਹੋਣਾ ਚਾਹੀਦਾ। ਗੁਰੂ ਪਾਤਸ਼ਾਹ ਦੋਏ ਪੱਖ ਕਹਿੰਦੇ ਵੀ ਸੁਣਨਾ ਵੀ ਚਾਹੀਦਾ ਹੈ ਤੇ ਕਹਿਣਾ ਵੀ ਚਾਹੀਦਾ ਹੈ, ਕਿਉਂਕਿ ਸਮੇਂ ਸਾਰੀ ਮਿਲਦੇ ਆ ਬੜੇ ਦਾਮਾਂ ਤੇ। ਏਦਾਂ ਦੀ ਭਾਵਕ ਘੱਟ ਹੁੰਦੇ ਆ, ਅਗਲਾ ਸਮਾਂ ਦਿੰਦਾ, ਲੈ ਭਾਈ ਫਲਾਣਿਆ ਤੂੰ ਵੀ ਕੁਛ ਬੋਲ ਕੇ ਸੁਣਾ ਦੇ, ਤੂੰ ਵੀ ਕੋਈ ਸੁਝਾਅ ਦੇ ਦੇ। ਸੁਝਾਅ ਵੀ ਦੇਣੇ ਚਾਹੀਦੇ ਆ, ਬੋਲਣਾ ਵੀ ਚਾਹੀਦਾ ਤੇ ਸੁਣ ਵੀ ਲੈਣਾ ਚਾਹੀਦਾ। ਤੇ ਉਧਰੋਂ ਭਗਤ ਸਾਹਿਬ ਆਏ ਜਿਹੜੇ ਗੁਰੂ ਬਾਬਾ ਜੀ ਨੂੰ ਕਹਿੰਦੇ ਬਾਬਾ ਸਾਡੀ ਬਾਣੀ ਲਿਖ। ਤੇ ਸਤਿਗੁਰੂ ਕਹਿੰਦੇ ਬੋਲ ਪਿਆਰਿਆ, ਕਿਹੜੀ ਬਾਣੀ ਹੈ? ਕਹਿੰਦਾ ਚੁੱਪ ਬੇੜਿਆ, ਚੁੱਪ ਬੇੜਿਆ, ਬੋਲਣ ਕੀ ਕੋਈ ਲੋੜ ਨਹੀਂ। ਪਾਤਸ਼ਾਹ ਕਹਿੰਦੇ ਹੈ, ਬੋਲਣ ਦੀ ਲੋੜ ਨਹੀਂ, ਨਾਲੇ ਬੋਲੀ ਜਾਣਾ, ਨਾਲੇ ਕਹਿੰਦਾ ਚੁੱਪ ਹੋਣਾ। ਤੇ ਪਾਤਸ਼ਾਹ ਨੇ ਚੁੱਪ ਹੋਣ ਨੂੰ ਕਿਉਂ ਕਿਹਾ? ਪਾਤਸ਼ਾਹ ਕਹਿੰਦੇ ਚੁੱਪ ਨਹੀਂ ਹੋਣਾ ਕਿਤੇ ਵੀ। ਠੀਕ ਹੈ ਚੁੱਪ ਹੋਣਾ, ਤੇ ਜਿੱਥੇ ਚੁੱਪ ਹੋਇਆਂ ਗੱਲ ਬਣਦੀ ਹੋਵੇ, ਜਿੱਥੇ ਚੁੱਪ ਰਹਿ ਕੇ ਕੰਮ ਸਿਵਰਦਾ ਹੋਵੇ, ਉੱਥੇ ਚੁੱਪ ਰਹਿਣਾ ਚੰਗਾ ਹੈ। ਕਿਉਂਕਿ ਬਾਣੀ ਵਿੱਚ ਸਾਹਿਬਾ ਇਹ ਆਖਣਾ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਜਿੱਥੇ ਬੋਲਣ ਹਾਰੀ ਹੈ, ਜਿੱਥੇ ਪਤਾ ਵੀ ਬੋਲਿਆ ਕੁਝ ਵੀ ਨਹੀਂ ਬਣਨਾ, ਹਾਰਾਂਗੇ। ਬਾਣੀ ਵਿੱਚ ਕਿੰਨੇ ਨੁਕਤੇ ਦਿੱਤੇ ਜੀਵਨ ਦੇ, ਜੇ ਸਮਝ ਆਏ ਸਾਨੂੰ। ਸਾਹਿਬ ਕਹਿੰਦੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਪਤਾ ਵੀ ਇੱਥੇ ਬੋਲਿਆ ਕੁਝ ਨਹੀਂ ਬਣਨਾ, ਇੱਥੇ ਚੁੱਪ ਕਰਨਾ ਹੀ ਚੰਗਾ ਹੈ। ਚੰਗੀ ਚੁੱਪ। ਪਾਤਸ਼ਾਹ ਕਹਿੰਦੇ ਉੱਥੇ ਚੁੱਪ ਕਰਨਾ ਚੰਗਾ ਹੈ। ਕਿੱਥੇ?
ਹੁਣ ਇਉਂ ਕਹਿ ਲਈ ਆਪਾਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਆਉਨੇ ਆਪਾਂ, ਗੁਰੂ ਸਾਹਿਬ ਨਾਲ ਜੁੜਦੇ ਆ। ਕਈ ਵਾਰ ਹੁੰਦਾ ਕਿ ਨਾ ਵਾਧ ਘਾਟ ਹੋ ਗਈ, ਸੰਸਾਰ ਵਿੱਚ ਵਿਚਰਦੇ ਆ ਤੇ ਬੜੇ ਜੀਵ ਐਸੇ ਆ ਵੀ ਮਾਲਕ ਨੂੰ ਬੋਲ ਕਬੋਲ ਬੋਲਣ ਲੱਗ ਜਾਂਦੇ ਆ ਵੀ ਰੱਬ ਨੇ ਕੀ ਕੀਤਾ। ਬੜਿਆਂ ਤੋਂ ਸੁਣਦੇ ਆ ਵੀ ਰੱਬ ਨੇ ਕੀ ਕੀਤਾ ਜੀ, ਅਸੀਂ ਏਦਾਂ ਕਰਦੇ ਸੀ, ਜਾਂ ਦੂਸਰਿਆਂ ਵੱਲ ਹੱਥ ਕਰਕੇ ਕਹਿੰਦੇ ਵੀ ਫਲਾਣਾ ਇਉਂ ਇਉਂ ਕਰਦਾ ਸੀ, ਬਾਣੀ ਪੜ੍ਹਦਾ ਸੀ, ਗੁਰੂ ਨਾਲ ਜੁੜਿਆ ਸੀ, ਗੁਰੂ ਘਰ ਜਾਂਦਾ ਸੀ, ਸੰਗਤ ਕਰਦਾ ਸੀ, ਪੁਰਦਾਨ, ਵੀ ਦੇਖੋ ਜੀ ਉਹਦੇ ਨਾਲ ਏਦਾਂ ਭਾਣਾ ਵਾਪਰ ਗਿਆ, ਆਏ ਹੋ ਗਿਆ, ਜਾਂ ਹੋ ਗਿਆ। ਪਾਸੇ ਕਹਿੰਦੇ ਨਾ ਭਾਈ, ਉਹ ਪਰਮਾਤਮਾ ਵਾਹਿਗੁਰੂ ਜੋ ਕੁਝ ਕਰਦਾ ਭਲਾ ਹੀ ਕਰਦਾ, ਸਭਾ ਜੋ ਕੁਝ ਕਰਦਾ ਚੰਗਾ ਕਰਦਾ, ਤੇ ਮਾਲਕ ਅੱਗੇ ਅਸੀਂ ਆਖੀਏ ਨਹੀਂ ਇਹ ਬਣਦਾ ਸਾਡਾ ਬਈ ਭਾਈ ਰੱਬ ਨੇ ਮਾੜਾ ਕਰਤਾ ਆਪਾਂ ਕਹਿੰਦੇ ਆ, ਪਰ ਨਹੀਂ। ਪਾਤਸ਼ਾਹ ਕਹਿੰਦੇ ਪਿਆਰਿਆ, ਜਿੱਥੇ ਪਤਾ ਵੀ ਪਰਮਾਤਮਾ ਅੱਗੇ ਅਸੀਂ ਬੋਲ ਕਬੋਲ ਕਰਕੇ ਕੀ ਕਰਾਂਗੇ, ਜਿੱਥੇ ਬੋਲਣ ਆ ਰਹੀ ਹੈ, ਜਿੱਥੇ ਹਾਰਦੇ ਆ। ਪਾਤਸ਼ਾਹ ਤਾਂ ਜੋ ਕੁਝ ਕਰਿਆ ਭਲਾ ਕਰਿਆ, ਵੀ ਖੈਰ ਸਾਡੀ ਸਮਝ ਵਿੱਚ ਨਹੀਂ ਆਉਂਦਾ, ਪਰ ਮਾਲਕ ਨੇ ਇੰਨੀਆਂ ਦਾਤਾਂ ਦਿੰਦਾ ਹੈ, ਇੱਕ ਅੱਧੀ ਘਾਟ ਹੈ ਤੇ ਇਹੋ ਜਿਹੇ ਕਰਮ ਕਰੇ ਬੰਦਾ ਚੰਗਾ ਨਹੀਂ ਲੱਗਦਾ। ਕਿਉਂਕਿ ਪਾਤਸ਼ਾਹ ਜੀ ਇਹ ਸਾਨੂੰ ਵਚਨ ਕਰਦੇ ਸਮਝਾ ਰਹੇ ਨੇ। ਸਾਹਿਬ ਜੀ ਕਹਿ ਰਹੇ ਨੇ, ਕਾਹੇ ਝਾਗਰਤ ਹੋ ਸੰਗ ਬਾਪ, ਕਹਿੰਦੇ ਪਿਆਰਿਆ ਕਾਹੇ ਝਾਗਰਤ ਹੋ ਸੰਗ। ਪਾਤਸ਼ਾਹ ਜੀ ਕਹਿੰਦੇ ਆਪਣੇ ਪਿਤਾ ਨਾਲ ਬਾਪ ਨਾਲ ਭਾਈ ਕਾਹਦਾ ਝਗੜਾ ਹੁੰਦਾ, ਕੀ ਝਗੜਾ ਕਰਦਾ। ਸਾਹਿਬ ਜੀ ਕਹਿੰਦੇ ਜਿਨ ਕੇ ਜਣੇ ਬਡੀਰੇ ਤੁਮ ਹੋ, 300 ਝਾਗਰਤ ਪਾਪ। ਕਹਿੰਦੇ ਭਾਈ ਜਿਹੜੇ ਮਾਲਕ ਨੇ ਤੈਨੂੰ ਜਣਿਆ, ਜਨਮ ਦਿੱਤਾ, ਤੈਨੂੰ ਆ ਸਰੀਰ ਦਿੱਤਾ, ਸੁੱਖ ਸਹੂਲਤਾਂ ਦਿੱਤੀਆਂ, ਉਹਦੇ ਨਾਲ ਝਗੜਦਾ ਕਹਿੰਦੇ ਪੁੰਨ ਨਹੀਂ ਹੁੰਦਾ, ਭਲਾ ਨਹੀਂ ਹੁੰਦਾ, ਚੰਗਾ ਨਹੀਂ ਹੁੰਦਾ, ਪਾਪ ਹੁੰਦਾ ਹੈ। ਤਾਂ ਸੋ ਝਗੜ ਚ ਪਾਪ। ਪਾਤਸ਼ਾਹ ਕਹਿੰਦੇ ਹੈ ਵੀ ਪਾਪ ਹੈ, ਭਾਵ ਕੀ ਮਾੜਾ ਹੁੰਦਾ ਹੈ। ਕਿਉਂਕਿ ਜੇ ਏਦਾਂ ਝਗੜੇ ਕਰਨੇ, ਦੁਨਿਆਵੀ ਵੀ ਮਾਂ ਬਾਪ ਹੈ, ਝਗੜਾਲੂ ਪੁੱਤਰ ਤੇ ਨਾਲ ਉਹਨਾਂ ਮੋਹ ਨਹੀਂ ਪੈਂਦਾ, ਓਨੀ ਵਸਤ ਨਹੀਂ ਮਿਲਦੀ, ਕਹਿੰਦੇ ਰਹਿ ਜਾਂਦੇ ਆਪਾਂ। ਪਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਦਾਤਾਂ ਦੇਣ ਵਾਲਾ ਜਿਹੜਾ, ਤੇ ਉਹਦੇ ਨਾਲ ਝਗੜਾ ਕਰਾਂਗੇ ਹੋ ਸਕਦਾ ਹੈ। ਪਾਤਸ਼ਾਹ ਕਹਿੰਦੇ ਭਲਿਆ ਸੋਚਿਆ ਕਰ ਕਿਤੇ, ਜਿਹੜਾ ਮਾਲਕ ਨੇ ਏਡੀ ਕਿਰਪਾ ਕੀਤੀ ਹੈ, ਇੰਨੀਆਂ ਵਸਤਾਂ ਲੈ ਕੇ ਪਰੇ ਹੋ ਗਿਆ, ਇੱਕ ਅੱਧੀ ਪਿੱਛੇ ਤੂੰ ਟੁੱਟ ਗਿਆ ਨਾ, ਟੁੱਟਦੇ ਜੀ ਬੜੀ ਦੁਨੀਆ ਟੁੱਟਦੀ ਹੈ, ਬੜੇ ਮਿਲਦੇ ਵੀ ਆ, ਕਹਿੰਦੇ ਜੀ ਆਹ ਕੰਮ ਹੋ ਗਿਆ ਸੀ ਤਾਂ ਕਰਕੇ ਗੁਰੂ ਘਰ ਜਾਣਾ ਛੱਡਤਾ, ਆਹ ਨਹੀਂ ਬਣਿਆ ਸਾਡਾ ਤਾਂ ਛੱਡਤਾ, ਆਹ ਨਹੀਂ ਮਿਲਿਆ ਸਾਨੂੰ ਤਾਂ ਛੱਡਤਾ। ਏਦਾਂ ਦੀਆਂ ਗੱਲਾਂ ਸੁਣਦੇ ਆ। ਪਰ ਪਾਤਸ਼ਾਹ ਕੀ ਕਹਿੰਦੇ ਆ, ਕਹਿੰਦੇ ਪਿਆਰਿਆ ਇੱਕ ਨਹੀਂ ਮਿਲੀ ਗੱਲ, ਇੱਕ ਨਹੀਂ ਪੂਰੀ ਹੋਈ, ਕੀ ਹੋ ਗਿਆ, ਇੰਨੀਆਂ ਜਿਹੜੀਆਂ ਬਾਕੀ ਤੂੰ ਕਿੱਥੋਂ ਲੈ ਕੇ ਆਇਆ, ਬਾਕੀ ਕਿੱਥੋਂ ਮਿਲੀਆਂ ਤੈਨੂੰ। ਸਾਹਿਬ ਕਹਿੰਦੇ ਆ 10 ਵਸਤੂ ਲੈ ਪਾਸੇ ਪਾਵੇ, ਇੰਨੀਆਂ ਵਸਤਾਂ, 10 ਦਾ ਭਾਵ ਵੀ ਬਹੁਤ ਵਸਤੂਆਂ ਲੈ ਕੇ ਪਰੇ ਹੋ ਗਿਆ ਤੂੰ। ਇੱਕ ਵਸਤ ਕਾਰਨ ਬੇਖੋਟ ਗਵਾਵੇ, ਇੱਕ ਵਸਤੂ ਕਰਕੇ ਜਾਂ ਇੱਕ ਘਾਟ ਵਾਧ ਕਰਕੇ ਖੋਟਾ ਹੋ ਗਿਆ, ਖੋਟ ਪਾ ਲਈ ਮਨ ਵਿੱਚ, ਮਾਲਕ ਨਾਲੋਂ ਟੁੱਟ ਗਿਆ। ਇੱਕ ਵਸਤ ਕਾਰਨ ਬੇਖੋਟ ਗਵਾਵੇ। ਸਾਹਿਬ ਕਹਿੰਦੇ ਨੇ ਇੱਕ ਭੀ ਨਾ ਦੇ। ਕਿਤੇ ਸੋਚੀ ਸਾਹਿਬ ਕਹਿੰਦੇ ਵੀ ਜੇ ਇੱਕ ਵੀ ਨਾ ਦਵੇ ਤੈਨੂੰ, 10 ਵੀ ਹਿਰ ਲੈ, ਕਹਿੰਦੇ ਬਾਕੀ ਦੀਆਂ ਵੀ ਸਾਰੀਆਂ ਹੀ ਖੋਹ ਲਵੇ, ਖੋਹ ਲੈਂਦਾ ਮਾਲਕ। ਬੜੇ ਰਾਜੇ ਮਹਾਰਾਜਿਆਂ ਦੇ, ਵੱਡਿਆਂ ਦੇ ਜੀਵਨ ਇਤਿਹਾਸ ਬਣੇ ਹੋਏ ਨੇ। ਬੜਿਆਂ ਦਾ ਭਾਵ ਕਿ ਰਾਜ ਭਾਗ ਖੁਸ਼ ਕੇ ਬੇਅੰਤਾਂ ਦੇ। ਤੇ ਪਾਤਸ਼ਾਹ ਜੀ ਕਹਿੰਦੇ ਆ ਵੀ 10 ਭਾਈ ਜੇ ਸਾਰੀਆਂ ਹੀ ਵਸਤਾਂ ਖੋਹ ਲਵੇ ਕੀ ਕਰੇਗਾ। ਇੱਕ ਭੇ ਨਾ ਦੇ 10 ਭੇਹਰ ਲੈ ਤਾਂ ਮੂੜਾ, ਕਹੋ ਕਹਾਂ ਕਰੇ, ਕੀ ਕਰੇਗਾ। ਕਰ ਸਕਦਾ ਕੋਈ ਜੀਵ, ਨਹੀਂ ਕਰ ਸਕਦਾ ਨਾ। ਤਾਂ ਕਰਕੇ ਪਾਤਸ਼ਾਹ ਨੇ ਆਖਣਾ ਕੀਤਾ ਵੀ ਅਸਲ ਪਿਆਰਿਆ ਉਹੀ ਬੰਦਾ ਹੈ ਜਿਹੜਾ ਵਕਤ ਦੀ ਵਿਚਾਰ ਕਰਦਾ ਹੈ, ਜਿਹੜਾ ਵੇਖਦਾ ਵੀ ਇਸ ਮਾਲਕ ਦੇ ਅੱਗੇ ਭਾਈ ਕੋਈ ਸਾਡੀ ਤਾਕਤ ਨਹੀਂ ਚੱਲ ਸਕਦੀ, ਕੋਈ ਸਾਡਾ ਚਾਰਾ ਨਹੀਂ ਚੱਲਦਾ, ਕੁਛ ਵੀ ਨਹੀਂ ਕਰ ਸਕਦੇ। ਇੱਥੇ ਬੋਲਿਆ ਤੇ ਇੱਥੇ ਝਗੜਾ ਕੀਤਿਆਂ ਹਾਰ ਹੀ ਹੋਵੇਗੀ ਨਾ। ਤੇ ਹੁਣ ਆਪਾਂ ਵੇਖਦੇ ਵੀ ਹਾਂ, ਗੁਰੂ ਪਾਤਸ਼ਾਹ ਦੇ ਇਤਿਹਾਸ ਪੜ੍ਹਦੇ, ਗੁਰ ਪਰਮੇਸ਼ਰ ਇੱਕੋ ਜਾਣ, ਜੇ ਪ੍ਰੈਕਟੀਕਲ ਰੂਪ ਵੇਖਣਾ ਵੀ ਜਿਨ੍ਹਾਂ ਨੇ ਵੀ ਗੁਰੂ ਨਾਨਕ ਦੇ ਦਰ ਨਾਲ ਝਗੜਾ ਕੀਤਾ, ਮੱਥਾ ਲਾਇਆ, ਕਿਸੇ ਦਾ ਭਲਾ ਹੋਇਆ, ਕਿਸੇ ਨੇ ਕੋਈ ਜਿੱਤ ਪ੍ਰਾਪਤ ਕੀਤੀ ਹੈ।
सब हार के ही गए ने, हारे ने ते अज भी हारदे ही है। अज भी जित नहीं हुंदी जे इधर गुरु नानक दे दर नाल असीं कोई मत्था लैने अड़ लैने। ते इसे करके पातशाह कहंदे प्यारिया मालिक दे नाल प्यार बना। इत्थे तां जे कोई घाट बात भी है, पातशाह कहंदे ने जी की बिरथा होए सो गुर पै, अरदास कर अर्ज करनी बनदा फर्ज साडा। अरदास करनी भी सच्चा पातशाह मेहर कर, कोई गलती हो गई सातों, आ घाट है, ऐ सच्चे पातशाह सी भुलनहार किरपा कर। सच्चे पातशाह जी तुसी मेहर करो, जो कुछ सानू करना चाहिए मत बुद्ध बख्शिश करो। ते सतगुरु जी मेहर करदे आ, किरपा करदे है, मार्ग दस दिंदे आ, फिर सानू रास्ता दस दिंदे आ। बेअंत साखियां ने इतिहास विच, बेअंत जिन्हां दियां बर्बादियां होईयां ते किते गुरु नानक दे दर ते आके उन्हां अर्ज कीती, सतगुरां ने उन्हां नू ढंग तरीके दसे नवां जीवन बनाउण दे। फिर पातशाह ने उत्थे तक पहुंचाउणा कीता, फिर राग भाग रंग भाग लाए सारे। ते इसे करके पातशाह जी ये समझाउंदे भी ने, जे कोई कह दे भी सच्चा पातशाह ज्यों भावे त्यों राख ले, हम शरण प्रभ आए राम राजे। सच्चे पातशाह असीं तेरी शरण विच मुड़ आए हां, जिवें तैनूं भाउंदा सानू रख लै, किरपा कर, बस मेहर कर, प्रवान कर लै। हम भूल बिगाड़े दिन सुरात, असीं तां भुलण हारा दिन ते रात करके भुलां करदे आ। दे मत समझाए, मत दे सानू सच्चे पातशाह, मत दिंदे है। भागां वाले ने जिहड़े ऐसे गुरु नाल जुड़दे है, जिहड़े वार वार सच्चे पातशाह दे चरणां च अर्जां करदे है। क्योंकि पातशाह जी दे परताज साहिबा कहंदे है, ऐसा गुर बड़ भागी पाया, भूले मार्ग जिन्हें बताया। भुलिया नू मार्ग दसदा मेरा सच्चे पातशाह साहब जी। इसे करके साहब जी कहते हैं भी प्यारिया वेखी किते मालिक नाल झगड़ा करके बह ले, रुसेवा करके बह जे, टुट के बह जे, कुछ नहीं बनना। असल में साहब जी कहते प्यारिया वक्त दी विचार करेगा, समझेगा तां तू असल बंदा है। असल बंदा जे जुड़ के मालिक ने चलेगा, इतिहास बेअंत है, भाव समानीयत इजाजत दिंदा है। ते गुरु प्यारियो आनंदपुरी दा जो घेरा पाया सी, उत्थों भी आप इतिहास पढ़दा करना भी सिंह आ गए सी 40 बिदावा दे के मालिक नालों कंड करके मालिक वाल, ते उन्हां नूं लाणतां ही पईयां करना घरां नूं। इतिहास है कहने मातावां भैणां बीबियां ने आख दिता सी, लो साडे वाले हुण तुसीं कपड़े पा लो, तुसीं बंदे नहीं रहे, आ ला चुन्नियां ले लो सिरां दे उपर, चूड़े पा लो, तुसीं नहीं भाव कि हुण तुहाडे च ओ मर्दानगी नहीं रही। तुसीं किदां मालिक नूं पिठ दे के आ गए, किवें टुट गए मालिक दे दर नालों तुसीं। फिर भाव के ओ सरूर भरिया, ओ अंदर ताकत भरी उन्हां बोला ने किरपा कीती ते मन विच वजे, ते फिर किते दुआरे मालिक दी चरण शरण विच गए सन। ते इसे करके सतगुरु जी मेहर करदे समझाउंदे आ भी यह प्यारिया बंदा है जिहड़ा असल विचार करके चलदा, समय नूं समझ के चलदा है, ओनूं बंदा कहा जांदा है। ते पातशाह कहंदे ने बंदा होए जो वक्त विचारे, वक्त विचारे सो बंदा होए। ते वक्त दी विचार दे नाल चलना, ते इवें नहीं भी चुप करके बह जाना जां परे होके बह जाना। ते उधरों आपां गल करदे सी भी बाणी दी उचारण कीता पातशाह ने, पता लग्या ते आए भी बाबा साडी बाणी भी लिख। साहिबा कहंदा बोल, ते बोलण वाला की कहंदा चुप बेड़िया, चुप बेड़िया, बोलण दी कोई लोड़ नहीं। ते साहब कहंदे वाह भी वाह, बोलण दी लोड़ नहीं ते उचारण की हो रहा। नाल कहंदे साडी बाणी लिखो ते नाल चुप दीयां गल्लां। पातशाह कहंदे प्यारिया नहीं, ये बाणी गुरु नानक दे दर ते प्रवान नहीं है। नहीं भाई इहदी सेध किनू मिलनी आ, तू तो उदां ही मालिक तां कहंदा चुप नहीं भाई, जे पा चुप हो जू मन थोड़ी चुप हुंदा। मोनियां नूं तदे कह करना, मोनी बड़े होए संसार दे विच। पातशाह जी ने मौन नूं तरजीह नहीं दित्ती, मौन नूं पातशाह ने प्रवान नहीं किया। बेशक धर्म की दुनिया विच बेअंत नूं असीं प्रवान करी बैठे हां, पर पातशाह जी कहंदे प्यारिया
ਜੇਬਾ ਚੁੱਪ ਕਰ ਸਕਦੀ ਹੈ, ਮਨ ਕਿਵੇਂ ਚੁੱਪ ਹੋਊਗਾ? ਗੱਲ ਤਾਂ ਸਾਰੀ ਮਨ ਤੇ ਖੜੀ ਹੈ। ਬੜਿਆਂ ਦਾ ਵੇਖਦੇ ਵੀ ਆਪਾਂ, ਬੜਿਆਂ ਦਾ ਭਾਵ ਕੇ ਗੁਰੂ ਪਿਆਰਿਓ ਬੋਲਣ ਤੋਂ ਮੋਨੀ ਹੋਏ ਹੁੰਦੇ ਆ। ਖਾਣ ਪੀਣ ਦੀਆਂ ਵਸਤਾਂ ਕੋਈ ਵੱਧ ਘੱਟ, ਮਿੱਠਾ ਵੱਧ ਘੱਟ ਹੈ, ਲੂਣ ਵੱਧ ਘੱਟ ਆ, ਇਸ਼ਾਰੇ ਕਰਦੇ ਹੁੰਦੇ ਆ, ਹੱਥ ਮਾਰਦੇ ਆ ਵੀ ਆ ਜੋ, ਫਿਰ ਮਨ ਤਾਂ ਬੋਲਦਾ ਹੀ ਹੈ ਕਿ ਨਾ। ਇਸੇ ਕਰਕੇ ਸਾਹਿਬ ਜੀ ਕਹਿੰਦੇ ਪਿਆਰਿਆ ਬੋਲਣ ਦੀ ਲੋੜ ਕਿਉਂ ਨਹੀਂ ਹੈ, ਜੇਬਾਂ ਦਿੱਤੀ ਆ ਮੇਰੇ ਮਾਲਕ ਨੇ, ਨਾ ਬੋਲਣਾ ਚਾਹੀਦਾ ਹੈ। ਪ੍ਰਵਾਹ ਨਹੀਂ ਕੀਤਾ, ਫਿਰ ਜਵਾਬ ਦੇ ਦਿੱਤਾ। ਦੂਸਰਾ ਕਹਿੰਦਾ ਫਿਰ ਬਾਬਾ ਮੇਰੇ ਵਾਲੀ ਲਿਖ ਲੈ ਬਾਣੀ। ਸਾਹਿਬ ਕਰੇ ਲਿਆ ਭਾਈ ਤੇਰੀ ਬਾਣੀ। ਉਹ ਕਹਿੰਦਾ ਪਾਤਸ਼ਾਹ ਨੂੰ ਸੱਜੂ ਜੀ ਬੋਲੇ, ਫਿਰ ਕਹਿੰਦੇ ਬਲਕ ਨਾ ਵਿਖਾਰੀ ਜੋ ਸੁਖ ਸੱਜੂ ਦੇ ਚਵਾਰੇ। ਪਾਸ਼ ਕਹਿੰਦੇ ਬਾ ਵੀ ਬਾ, ਤੇਰਾ ਚਵਾਰਾ ਐਸਾ ਕਿਹੜਾ ਬਿਕੁੰਠ ਬਣਾਇਆ ਗਿਆ? ਤੇਰਾ ਚਵਾਰਾ ਕਿਹੜਾ ਜਿਹਦੇ ਵਿੱਚ ਇੰਨੇ ਸੁੱਖ ਨੇ? ਤੇ ਪਾਤਸ਼ਾਹ ਕਹਿੰਦੇ ਇਹ ਤਾਂ ਅਲਾਹੀ ਦਰਗਾਹੀ ਤ੍ਰਿਕਾਲੀ ਬਾਣੀ ਹੈ ਪਿਆਰਿਆ। ਤਿੰਨਾਂ ਕਾਲ ਤਿੰਨੇ ਸਮੇਂ ਚ, ਭਾਵ ਕਿ ਪਹਿਲੇ ਚ ਵੀ, ਪਹਿਲਾਂ ਵੀ ਹੈ, ਚੱਲ ਰਹੀ ਹੈ। ਪਹਿਲਾ ਸਮਾਂ ਲੰਘਿਆ ਹੋਇਆ ਸੀ, ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ। ਤੇ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਆਪ ਤੋਂ ਪਹਿਲਾਂ ਵੀ ਸ਼ਬਦ ਗੁਰੂ ਨੂੰ ਸਵੀਕਾਰ ਕੀਤਾ। ਇਹ ਬਾਣੀ ਉਹ ਹੈ, ਭਾਵ ਕਿ ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ, ਸਾਰੇ ਤਿੰਨਾਂ ਕਾਲਾਂ ਦੀ ਬਾਣੀ ਹੈ। ਇਹ ਪਾਤਸ਼ਾਹ ਜੀ ਕਹਿੰਦੇ ਤ੍ਰਿਕਾਲੀ ਬਾਣੀ ਹੈ। ਇਹ ਤੇਰਾ ਚਵਾਰਾ ਕਿੰਨਾ ਕੁ ਚਿਰ ਰਹੇਗਾ? ਕਦੋਂ ਕੋ ਤੋਂ ਆਰੰਭ ਕੀਤਾ, ਕਦੋਂ ਕੋ ਬੁਨਿਆਦ ਵਿੱਚ ਆਇਆ? ਨਹੀਂ ਭਾਈ, ਚਵਾਰਾ ਵੀ ਸੱਚ ਨਹੀਂ ਹੋ ਸਕਦਾ, ਇਹ ਸੱਚੀ ਬਾਣੀ ਹੈ। ਤੇ ਭਾਵ ਕਿ ਉਹਨਾਂ ਜਵਾਬ ਦੇ ਦਿੱਤਾ ਸੀ। ਪਾਤਸ਼ਾਹ ਕਹਿੰਦੇ ਪਿਆਰਿਓ ਇਹ ਐਸੀ ਬਾਣੀ ਹੈ, ਮੇਰੇ ਮਾਲਕ ਦੀ ਸੱਚੀ ਬਾਣੀ ਹੈ। ਇਸ ਬਾਣੀ ਨਾਲ ਜੁੜਿਆ ਇਹ ਬਾਣੀ ਨਿਰੰਕਾਰ ਨਾਲ ਜੋੜ ਦੇਗੀ, ਉਸ ਵਾਹਿਗੁਰੂ ਦੇ ਨਾਲ ਜੋੜ ਦੇਗੀ, ਉਸ ਵੱਡੇ ਤਾਈ ਪਹੁੰਚਾ ਦੇਗੀ। ਪਰ ਹਾਂ ਪ੍ਰਾਤਨ ਬਾਣੀਆਂ ਬੇਅੰਤ ਗ੍ਰੰਥ ਸਤਿਕਾਰਯੋਗ ਨੇ, ਪਰ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਬਾਣੀ ਮੇਰੇ ਮਾਲਕ ਦੀ ਨਿਰੰਕਾਰੀ ਬਾਣੀ ਹੈ, ਇਸ ਮੁਤਲਕ ਇਸ ਦੀ ਬਰਾਬਰਤਾ ਕੁਝ ਨਹੀਂ ਕਰ ਸਕਦਾ, ਕੁਝ ਵੀ ਨਹੀਂ ਹੈ। ਇਸੇ ਕਰਕੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਬਾਣੀ ਵਸ ਗਈ ਹੈ, ਬਾਣੀ ਜੋ ਵੀ ਜੀ ਬਾਣੀ ਨਾਲ ਜੁੜ ਗਏ ਨੇ, ਕਰਮ ਹੋਵੇ ਗੁਰ ਭਗਤ ਦ੍ਰਿੜਾਏ, ਬਿਨ ਕਰਮਾ ਕਿਉ ਪਾਇਆ ਜਾਏ, ਆਪੇ ਕਰੇ ਕਰਾਏ ਕਰਤਾ ਜਿਉ ਭਾਵੇ ਤਿਵੇਂ ਚਲਾਦਾ। ਇੱਥੋਂ ਤਾਈਂ ਆਪਾਂ ਕੱਲ ਸਮਝਣਾ ਕੀਤਾ। ਕਰਮ ਭਾਸ਼ਾ ਦੇ ਬਖਸ਼ਿਸ਼ ਚਾਹੀਦੀ ਹੈ, ਗੁਰੂ ਦੀ ਰਹਿਮਤ ਚਾਹੀਦੀ ਹੈ, ਗੁਰੂ ਤੋਂ ਇਹ ਸੇਧ ਲੈ ਕੇ ਸੱਚੀ ਭਗਤੀ ਕਰਨੀ, ਇਸ ਬਾਣੀ ਨੂੰ ਦ੍ਰਿੜ ਕਰਨਾ। ਪਾਤਸ਼ਾਹ ਜੀ ਕਹਿੰਦੇ ਜੇ ਇਹ ਕਰਮ ਨਾ ਕੀਤਾ ਭਾਈ, ਬਿਨ ਕਰਮਾ ਕਿਉ ਪਾਇਆ ਜਾਏ, ਇਸ ਕਰਮ ਤੋਂ ਬਿਨਾ, ਉਦਮ ਤੋਂ ਬਿਨਾ ਪ੍ਰਾਪਤੀ ਨਹੀਂ ਹੈ। ਆਪੇ ਕਰੇ ਕਰਾਤਾ ਜੋ ਭਾਵੇ ਤਿਵੇਂ ਚਲਾਏਗਾ। ਇੱਥੋਂ ਤਾਈ ਆਪਾਂ ਕੱਲ ਸਰਵਣ ਕੀਤਾ ਹੈ ਵਿਚਾਰ ਗੁਰੂ ਕੇ। ਤੇ ਅੱਗੇ ਅੱਜ ਜੋ 4 ਪੌੜੀਆਂ ਦਾ ਆਪਾਂ ਜਾਪ ਸਰਵਣ ਕੀਤਾ, ਹੁਣ ਵਿਸਥਾਰ ਵਿੱਚ ਨਾ ਜਾਈਏ। ਸਾਹਿਬਾ ਕਿਰਪਾ ਕਰੇ ਨੇ ਜੋ ਸਾਨੂੰ ਸਮਝਾਉਂਦੇ ਹਨ। ਸਿਮਰਤ ਸਾਸਤ ਅੰਤ ਨਾ ਜਾਣੈ, ਮੂਰਖ ਅੰਧਾ ਤਤ ਨਾ ਪਛਾਣੈ, ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏਂਦਾ। ਸਭ ਕਹਿੰਦੇ ਸਿਮਰਤ ਸਾਸਤ ਅੰਤ ਨਾ ਜਾਣੇ। ਧਾਰਮਿਕ ਗ੍ਰੰਥ ਨੇ ਜਿਹੜੇ ਸਿਮਰਤ ਸ਼ਾਸਤਰ, ਪਾਤਸ਼ਾਹ ਜੀ ਕਹਿੰਦੇ ਭਾਈ ਇਹ ਉਸ ਮਾਲਿਕ ਦਾ ਅੰਤ ਨਹੀਂ ਜਾਣਦੇ, ਅੰਤ ਬਾਰੇ ਨਹੀਂ ਕੋਈ ਗੱਲਬਾਤ ਹੈ। ਇਹ ਦੱਸਦੇ ਆ, ਕੀ ਦੱਸਦੇ ਆ ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ। ਸਾਹਿਬ ਜੀ ਕਹਿੰਦੇ ਸਿਮਰਤ ਸਾਸਤ ਪਾਪ ਪੁੰਨ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਸਿਮਰਤ ਸ਼ਾਸਤਰ ਨੇ ਜਿਹੜੇ ਭਾਈ ਪਾਪ ਤੇ ਪੁੰਨ ਦੀ ਵਿਚਾਰ ਸਾਨੂੰ ਦੱਸਦੇ ਆ, ਇਹ ਵੀ ਭਲਾ ਭਾਵ ਕਿ ਸਮਝ ਆ ਜਾਂਦੀ ਹੈ ਕਿ ਨਾ, ਪਾਪ ਕਰਮ ਤੋਂ ਜੀਵ ਬਚ ਜਾਂਦਾ। ਪੁੰਨ ਦੀ ਗੱਲ ਆ ਜਾਵੇ, ਪੁੰਨ ਕਰਮ ਕਿਹੜੇ ਨੇ ਸਮਝ ਆ ਜੇ ਤੇ ਬੰਦਾ ਉਹ ਪੁੰਨ ਕਰ ਲੈਂਦਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਗ੍ਰੰਥ ਨੇ ਜਿਹੜੇ ਧਾਰਮਿਕ ਸਿਮਰਤ ਸ਼ਾਸਤਰ, ਇਹ ਪੁੰਨ ਪਾਪਾਂ ਦੀਆਂ ਵਿਚਾਰਾਂ ਸਾਨੂੰ ਦੱਸਦੇ ਹੈ ਵੀ ਆਹ ਕਰੇਗਾ ਭਾਈ ਪੁੰਨ ਮਿਲੇਗਾ, ਆਹ ਕਰੇਗਾ ਪਾਪ ਮਿਲੇਗਾ, ਪਾਪ ਲੱਗੇਗਾ। ਤੇ ਸਾਹਿਬ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੇ। ਅਸਲ ਕਹਾਣੀ ਦੀ ਸਮਝ ਨਹੀਂ ਆਉਂਦੀ। ਤਤ ਕਿਹਨੂੰ ਕਹਿੰਦੇ? ਅਸਲ।
ਤੱਤ ਕੀ ਹੁੰਦਾ ਸਮਝਣ ਲਈ ਦਹੀਂ ਮਿੱਥਿਆ ਜਾਂਦਾ, ਦਹੀਂ ਦੇ ਵਿੱਚ ਜੋ ਮੱਖਣ ਆਉਂਦਾ ਉਹਨੂੰ ਤੱਤ ਕਿਹਾ ਜਾਂਦਾ। ਅਸਲ ਵੀ ਆਹ ਘੀ ਭਾਈ ਇਹਦੇ ਵਿੱਚ ਮੱਖਣ ਇੰਨਾ ਕਾ, ਬਾਕੀ ਕੀ ਹੈ? ਬਾਕੀ ਸਾਰਾ ਲੱਸੀ ਹੈ। ਤੇ ਸਾਹਿਬ ਜੀ ਕਹਿੰਦੇ ਅਸਲ ਜਿਹੜਾ ਤੱਤ ਕਹਾਣੀ ਹੈ ਉਹ ਸਮਝ ਨਹੀਂ ਆ ਰਹੀ, ਸਮਝ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਤਦੇ ਸਮਝਾਇਆ ਕਿ ਨਾ, ਕਿਸੇ ਧਾਰਮਿਕ ਗ੍ਰੰਥ ਤਾਂ ਸਾਰੀ ਦੁਨੀਆ ਪਹਿਲਾਂ ਵੀ ਪੜ੍ਹਦੀ ਸੀ, ਹਣ ਸੀ ਇੱਥੇ ਗੁਰੂ ਤੋਂ ਪਹਿਲਾਂ ਵੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਸੰਸਾਰ ਵਿੱਚ, ਤੇ ਸਤਿਗੁਰਾਂ ਨੇ ਜਾ ਜਾ ਕੇ ਕਿੱਦਾਂ ਕਿੱਦਾਂ ਉਦਾਹਰਨਾਂ ਦੇ ਦੇ ਕੇ ਸਮਝਾਇਆ। ਜੇ ਕਿਤੇ ਪਹਿਲਾਂ ਸਮਝ ਹੁੰਦੀ ਗੁਰੂ ਪਾਤਸ਼ਾਹ ਜੀ ਇਹੋ ਜਿਹੀਆਂ ਉਦਾਹਰਨਾਂ ਨਾ ਦਿੰਦੇ ਨਾ। ਪਹਿਲਾਂ ਸੀ ਕਰਮ ਕਿਹੜੇ ਸੀ? ਪੁੰਨ ਕਰਦੇ, ਜਗ ਕਰਦੇ, ਹੋਮ ਕਰਦੇ, ਇਤਾਦਿਕ। ਕਿਉਂਕਿ ਪਤਾ ਇਹਨਾਂ ਸੀ ਵੀ ਆ ਪੁੰਨ ਕਰਮ ਕਰਕੇ ਭਾਈ ਕਹਿੰਦੇ ਕੋਈ ਕਹਿੰਦਾ ਸਵਰਗ ਮਿਲ ਜਾਂਦਾ, ਪਾਪੀਆਂ ਨੂੰ ਨਰਕ ਦੀ ਗੱਲ ਕੀਤੀ ਜਾਂਦੀ ਸੀ। ਜਨਕ ਜੀ ਦੀ ਕਹਾਣੀ ਵੀ ਆਪਾਂ ਇਹੀ ਪੜ੍ਹਦੇ ਹਾਂ ਕਰਨਾ ਵੀ ਜਨਕ ਜੀ ਸਵਰਗਪੁਰੀ ਨੂੰ ਜਾ ਰਹੇ ਨੇ, ਰਸਤੇ ਵਿੱਚ ਹਾਈ ਕਰਲਾਈ ਹੁੰਦੀ ਹੈ। ਪੁੱਛਿਆ ਵੀ ਹਾਈ ਕਰਲਾਈ ਕਾਹਦੀ? ਕਹਿੰਦੇ ਜੀ ਨਰਕ ਭੋਗ ਰਹੇ ਨੇ ਜੀਵ। ਤੇ ਭਾਵ ਕੀ ਰਹੋ ਵਿਚਾਰ, ਆਪਾਂ ਇੱਧਰ ਹੁਣ ਨਾ ਜਾਈਏ, ਸਮਾਂ ਨਹੀਂ ਹੈ। ਤੇ ਪਾਤਸ਼ਾਹ ਨੇ ਇਹ ਸਾਨੂੰ ਸਮਝਾਉਣਾ ਕੀਤਾ ਸੱਚੀ ਬਾਣੀ ਦੁਆਰਾ ਵੀ ਐ ਪਿਆਰਿਓ, ਇਹ ਨਰਕਾਂ ਸੁਰਗਾਂ ਤੋਂ ਉਤਾਂਹ ਦੀ ਗੱਲ ਕਰੋ, ਉੱਤੇ ਵੀ ਕੋਈ ਵਾਰਤਾ ਹੈ। ਜਿਹਨੂੰ ਸੱਚਖੰਡ ਕਿਹਾ, ਸੱਚਾ ਵਾਹਿਗੁਰੂ ਕਿਹਾ, ਵੀ ਉਹਦੇ ਨਾਲ ਜੁੜਨਾ ਸੀ। ਇਹ ਨਰਕ ਸੁਰਗ ਦੀਆਂ ਬਾਤਾਂ ਛੱਡੋ। ਇਹ ਨਰਕ ਦੇ ਕਈ ਝਾਂਸੇ ਦੇ ਕੇ ਗੁਰੂ ਪਿਆਰਿਓ, ਨਰਕ ਦੇ ਡਰਾਬੇ ਦੇ ਕੇ ਲੁੱਟੀ ਜਾਂਦੇ ਸੀ। ਕਈ ਸਵਰਗ ਦਾ ਭਾਵ ਸੁਪਨਾ ਦਿਖਾ ਕੇ ਲੁੱਟੀ ਜਾਂਦੇ ਸੀ। ਏਦਾਂ ਕਰਕੇ ਪਾਤਸ਼ਾਹ ਨੇ ਆਖਣਾ ਕੀਤਾ ਹੈ ਬਈ ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਰੱਦਣ ਦਾ ਭਾਵ ਨੇ ਰੱਦ ਕਰਤੇ, ਕਾਟ ਕਰਤੀ। ਕਹਿੰਦੇ ਬਸ ਅਸੀਂ ਤਾਂ ਇਹਨਾਂ ਵੱਲ ਵੇਖਦੇ ਹੀ ਨਹੀਂ ਪਾਈ। ਜਿਹੜੇ ਸਾਡੇ ਗੁਰਸਿੱਖ ਨੇ ਉਹਨਾਂ ਨੇ ਨਾ ਆਸ ਕਰਨੀ ਹੈ ਸਵਰਗ ਦੀ, ਤੇ ਨਾ ਡਰ ਰੱਖਣਾ ਕੋਈ ਨਰਕ ਦਾ। ਜਿਹੜੇ ਰੱਬ ਦੇ ਪਿਆਰੇ ਆ ਉਹ ਕਹਿੰਦੇ ਕਿਆ ਕੀ ਹੁੰਦਾ? ਕਹਿੰਦੇ ਕਿਆ ਨਰਕ, ਕਿਆ ਦਾ ਭਾਵੇਂ ਕੀ ਨਰਕ ਹੁੰਦਾ ਭਾਈ? ਕਿਆ ਸੁਰਗ ਵਿਚਾਰਾ, ਵਿਚਾਰਾ ਸੁਰਗ ਕੀ ਹੁੰਦਾ? ਕਹਿੰਦੇ ਸੰਤਨ ਦੋ ਰਾਧੇ, ਦੋਨੇ ਰੱਦ ਤੇ ਬਾਬਾ ਜੀ ਕੀ ਕਹਿੰਦੇ ਆ, ਹਮ ਕਾਹੂ ਕੀ ਕਾਣ ਨਾ ਕੱਢਤੇ। ਕਹਿੰਦੇ ਇਸ ਤਾਂ ਕਿਸ ਦੀ ਕਾਣ ਨਹੀਂ ਕੱਢਦੇ। ਕਾਣ ਦੇ ਅਰਥ ਕਈ ਕਰਦੇ ਆ, ਜਿਵੇਂ ਆਪਾਂ ਕਹਿੰਦੇ ਤਾਂ ਮਕਾਨ ਨਹੀਂ ਜਾਂਦੇ। ਕਈ ਅਰਥ ਇਹ ਕਰਦੇ ਆ ਗੁਰੂ ਪਿਆਰੇ ਵੀ ਅਸੀਂ ਨਹੀਂ ਈਨ ਮੰਨਦੇ ਇਹਨਾਂ ਦੀ, ਅਸੀਂ ਨਹੀਂ ਇਹਨਾਂ ਨੂੰ ਮੰਨਦੇ। ਗੁਰੂ ਬਾਬਾ ਜੀ ਇਹ ਬਾਣੀ ਵਿੱਚ ਕਹਿ ਰਹੇ ਨੇ, ਰੱਬ ਦੇ ਪਿਆਰੇ ਕਹਿੰਦੇ ਭਾਈ ਅਸੀਂ ਕਾਣ ਨਹੀਂ ਕੱਢਦੇ। ਕਿਉਂ? ਆਪਣੇ ਗੁਰ ਪ੍ਰਸਾਦੇ, ਸਾਨੂੰ ਤਾਂ ਗੁਰੂ ਦੀ ਕਿਰਪਾ ਬਹੁਤ ਹੈ, ਸਾਡੇ ਗੁਰੂ ਦੀ ਰਹਿਮਤ ਬਹੁਤ ਹੈ। ਅਸੀਂ ਕੀ ਕਰਨਾ ਇਹਨਾਂ ਨਰਕਾਂ ਸੁਰਗਾਂ ਤੋਂ? ਸਾਡੇ ਸਾਹਿਬ ਨੇ ਕਹਿ ਦਿੱਤਾ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਜਿਹੜਾ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਤਾਂ ਸੱਚਖੰਡ ਦੇ ਵਿੱਚ ਬੈਠਾ, ਨਾ ਸੁਰਗ ਚ ਨਾ ਨਰਕ ਚ, ਕਿਤੇ ਕੋਈ ਗੱਲ ਨਹੀਂ। ਪਾਤਸ਼ਾਹ ਕਹਿੰਦੇ ਗੁਰਸਿੱਖ ਨੇ ਸੱਚਖੰਡ ਦਾ ਵਾਸੀ ਹੋਣਾ, ਗੁਰਸਿੱਖ ਨੇ ਸੱਚਾ ਖੰਡ ਬਣਾਉਣਾ, ਆਪਣੇ ਆਪ ਨੂੰ ਸੱਚ ਬਣਾਉਣਾ, ਸੱਚ ਨਾਲ ਜੋੜਨਾ। ਕਿਉਂਕਿ ਪਾਤਸ਼ਾਹ ਨੇ ਸੱਚ ਨਾਲ ਜੁੜਨ ਨੂੰ ਆਖਣਾ ਕੀਤਾ, ਬਾਰ-ਬਾਰ ਕਿਹਾ। ਸਿੱਧਾਂ ਨੂੰ ਵੀ ਇਹੀ ਆਖਿਆ ਹੋਵੇਗਾ ਭਾਈ ਸੱਚੇ ਬਣ ਜਾਓ, ਇਹ ਕੂੜ ਦੀਆਂ ਕੰਧਾਂ ਛੱਡ ਦੋ, ਝੂਠੇ ਕੰਮਾਂ ਨੂੰ ਛੱਡ ਦੋ। ਤਦੇ ਉਹਨਾਂ ਸਵਾਲ ਕੀਤਾ ਕਿ ਨਾ ਬਾਬਾ ਜੀ ਦੇ ਅੱਗੇ ਵੀ ਆ ਮੇਰੇ ਬਾਬਾ ਸਾਨੂੰ ਸਮਝਾਓ ਫਿਰ ਕਿਵੇਂ ਬਣੀਏ ਸੱਚਿਆਰ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਤੇ ਪਾਤਸ਼ਾਹ ਹੀ ਆਖਿਆ ਸੀ ਕਿ ਨਾ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਵਿੱਚ ਚੱਲੋ ਭਾਈ, ਉਹਦੀ ਰਜਾ ਵਿੱਚ ਚੱਲੋ, ਉਹਦੇ ਕਾਇਦੇ ਕਾਨੂੰਨ ਮੁਤਾਲਕ ਵਕਤ ਵਿਚਾਰ ਕੇ ਚੱਲੋ। ਤੇ ਸਾਹਿਬ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਦੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ, ਸਾਨੂੰ ਬਾਣੀ ਨਾਲ ਜੋੜਿਆ। ਤੇ ਬਾਣੀ ਦੁਆਰਾ ਹੀ ਇਹ ਕਿਰਪਾ ਹੁੰਦੀ ਹੈ, ਸੱਚ ਦੀ ਸਮਝ ਆਉਂਦੀ ਹੈ। ਹੋਰ ਪੜ੍ਹ ਲਓ ਜੋ ਕੁਝ ਮਰਜੀ, ਕਿਤੋਂ ਕੁਝ ਮਿਲੇਗਾ ਕਿਤੋਂ ਕੁਝ ਮਿਲੇਗਾ, ਪਰ ਜੇ ਸੱਚ ਦੀ ਵਾਰਤਾ ਨਾ ਤੇ ਇਹ ਗੁਰੂ ਸਾਹਿਬ ਦੀ ਬਾਣੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਸਾਹਿਬ ਕਹਿੰਦੇ ਹੈ ਸਿਮਰਤ ਸਾਸਤ ਅੰਤ ਨਾ ਜਾਣੈ, ਅੰਤ ਨਹੀਂ ਪਾਇਆ ਜਾਂਦਾ ਇਦਾਂ ਦਾ। ਸਾਹਿਬ ਜੀ ਕਹਿੰਦੇ ਇਉਂ ਪੜ੍ਹ ਕੇ ਸਮਝ ਆਖਰ ਅਸੂਲ ਮਾਲਕ ਦੀ ਤੱਤ ਦੀ ਸਮਝ ਨਹੀਂ ਆਉਂਦੀ। ਤੇ ਸਾਹਿਬ ਕਹਿੰਦੇ ਮੂਰਖ ਅੰਧਾ ਤੱਤ ਨਾ ਪਛਾਣੈ,
ਜਿਹੜਾ ਮੂਰਖ ਮਨ ਹੈ, ਗਿਆਨ ਤੋਂ ਅਗਿਆਨ ਵਿੱਚ ਅੰਧਾ ਮਨੁੱਖ ਹੈ ਜਿਹੜਾ, ਤੇ ਸਾਹਿਬ ਕਹਿੰਦੇ ਉਹ ਤੱਤ ਦੀ ਪਛਾਣ ਹੀ ਨਹੀਂ ਕਰਦਾ ਭਾਈ। ਤੱਤ ਉਹਨੂੰ ਸਮਝ ਵਿੱਚ ਹੀ ਨਹੀਂ ਆਉਂਦਾ ਵੀ ਅਸਲ ਤੱਤ ਕੀ ਹੈ। ਸਾਡੇ ਸਾਰਿਆਂ ਵਿੱਚ ਆ ਉਹ ਤੱਤ ਜਿਹਨੂੰ ਪਾਤਸ਼ਾਹ ਕਹਿੰਦੇ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਾਰ ਪੂਰ ਰਹਿਆ। ਸਾਰਿਆਂ ਵਿੱਚ ਉਹ ਜੋਤ ਸਮਾਈ ਹੋਈ ਹੈ, ਤੱਤ ਸਮਾਇਆ ਹੋਇਆ ਅਕਲ ਕਲਾ ਕਰਕੇ। ਪਾਤਸ਼ਾਹ ਜੀ ਕਹਿੰਦੇ ਨੇ ਉਹ ਮੇਰਾ ਵਾਹਿਗੁਰੂ ਆਪਣੀ ਕਲਾ, ਕਲਾ ਕਿਹਨੂੰ ਕਹਿੰਦੇ ਸ਼ਕਤੀ ਨੂੰ, ਉਹ ਸ਼ਕਤੀ ਚਾਹੇ ਤਾਕਤ ਕਹਿ ਲਈ ਆਪਾਂ, ਸ਼ਕਤੀ ਕਰਕੇ ਤਾਕਤ ਕਰਕੇ ਉਹ ਤੱਤ ਪਛਾੜ ਮੇਰੇ ਮਾਲਕ ਅੰਦਰ ਵਸਿਆ। ਜਦੋਂ ਉਹ ਤੱਤ ਨਿਕਲ ਜਾਂਦਾ ਹੈ ਫਿਰ ਸ਼ਕਤੀ ਸਾਰੀ ਖਤਮ ਹੋ ਜਾਂਦੀ ਹੈ। ਸਰੀਰ ਇੱਥੇ ਹੁੰਦਾ ਕਿ ਨਾ, ਅੱਖਾਂ ਦੀ ਸ਼ਕਤੀ ਖਤਮ ਹੋ ਜਾਂਦੀ ਹੈ, ਭਾਵੇਂ ਅੱਖਾਂ ਇੱਥੇ ਹੁੰਦੀਆਂ ਨੇ ਇਹਨਾਂ ਨਾਲ ਦਿਸਦਾ ਕੁਛ ਨਹੀਂ, ਫਿਰ ਸ਼ਕਤੀ ਖਤਮ ਹੈ। ਕੰਨ ਨਾਲ ਹੀ ਲੱਗੇ ਹੁੰਦੇ ਆ ਕਿ ਨਾ ਡੈਡ ਬੋਡੀ ਦੇ, ਸ਼ਕਤੀ ਗਈ, ਤਾਕਤ ਗਈ ਤੇ ਸੁਣਨਾ ਬੰਦ ਹੋ ਗਿਆ। ਜੇਬਾ ਲੱਗੀ ਹੈ ਤੇ ਸ਼ਕਤੀ ਤਾਕਤ ਗਈ, ਉਹ ਤੱਤ ਨਿਕਲ ਗਿਆ ਤੇ ਬੋਲ ਨਹੀਂ ਹੁੰਦਾ। ਜੇਬਾ ਤਾਂ ਇੱਥੇ ਹੁੰਦੀ ਹੈ, ਭਾਵ ਕਿ ਸਾਰਾ ਸਰੀਰ ਹਰਕਤ ਕਰਨ ਤੋਂ ਖਤਮ ਹੋ ਜਾਂਦਾ ਹੈ, ਟਿਕ ਜਾਂਦਾ, ਖੜ ਜਾਂਦਾ, ਰੁਕ ਜਾਂਦਾ ਹੈ। ਕਿਉਂ? ਕਿਉਂਕਿ ਉਹ ਤਾਕਤ ਤੱਤ ਸਾਰ ਨਿਕਲ ਗਿਆ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮੇਰਾ ਵਾਹਿਗੁਰੂ ਹੈ ਜਿਹੜਾ, ਉਹ ਤੱਤ ਅੰਦਰ ਸਾਡੇ ਜੋ ਹੈ ਤਾਕਤ ਹੈ। ਪਾਤਸ਼ਾਹ ਕਹਿੰਦੇ ਮੂਰਖ ਅੰਧਾ ਉਹਨੂੰ ਜਾਣਦਾ ਹੀ ਹੈ ਨਹੀਂ, ਇਹ ਸਮਝਦਾ ਹੀ ਨਹੀਂ ਹੈ। ਕਿ ਪਾਤਸ਼ਾਹ ਜੀ ਕਹਿੰਦੇ ਬਸ ਇਹਨੇ ਮੇਰ ਤੇਰੇ ਵਿੱਚ ਹੀ ਸਾਰਾ ਜੀਵਨ ਗਵਾਤਾ। ਪਾਤਸ਼ਾਹ ਜੀ ਕਹਿੰਦੇ ਤੂੰ ਮੈਂ ਦੇ ਵਿੱਚ ਹੀ ਇਹਨੇ ਸਾਰਾ ਕੁਝ ਗਵਾਤਾ। ਤੇ ਇਸੇ ਕਰਕੇ ਸਾਹਿਬਾ ਕਹਿੰਦੇ ਹੈ ਮੂਰਖ ਅੰਧਾ ਤੱਤ ਨਾ ਪਛਾਣੇ। ਤੇ ਸਾਹਿਬ ਕਹਿੰਦੇ ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਈ ਦਾ। ਉਹ ਮੇਰਾ ਵਾਹਿਗੁਰੂ ਆਪੇ ਸਭ ਕੁਝ ਕਰਦਾ ਹੈ। ਆ ਸਾਡੇ ਅੰਦਰ ਬੈਠਾ ਸਭ ਕੁਝ ਉਹੀ ਕਰ ਰਿਹਾ। ਖੈਰ ਅਸੀਂ ਸਮਝ ਨਹੀਂ ਰਹੇ, ਅਸੀਂ ਦੋ ਬਣੇ ਹੋਏ ਆ ਕਿ ਨਾ, ਵੀ ਆਤਮਾ ਅੱਡ ਬਣਾ ਲਈ ਅਸੀਂ, ਪਰਮਾਤਮਾ ਜਮਾਤਮਾ ਕਿਹਾ ਜਾਂਦਾ। ਇੱਕ ਪਰਦਾ ਪੈ ਗਿਆ ਭਰਮ ਦਾ, ਕਾਈ ਕਿਹਾ ਪਾਤਸ਼ਾਹ ਨੇ, ਕਾਈ ਦੀ ਉਦਾਹਰਨ ਵੀ ਦਿੱਤੀ ਆ। ਪਾਤਸ਼ਾਹ ਕਹਿੰਦੇ ਕਾਈ ਕਹਿੰਦੇ ਆ ਜਿਹੜੀ ਪਾਣੀ ਉੱਪਰ ਜਿਲਬ ਆ ਜਾਂਦੀ, ਜਿਹਨੂੰ ਆਪਾਂ ਜਿਲਬ ਕਹਿ ਦਿੰਦੇ ਆ, ਹਰੇ ਰੰਗ ਦੀ, ਉਹ ਕਾਈ ਮਾੜੀ ਜੀ ਹੁੰਦੀ ਹੈ ਗੁਰੂ ਪਿਆਰਿਓ, ਤੇ ਸਾਰੇ ਹੀ ਪਾਣੀ ਨੂੰ ਢੱਕ ਲੈਂਦੀ ਹੈ। ਕਿਉਂ ਲੱਗਦਾ ਹੁੰਦਾ ਵੀ ਪਾਣੀ ਹੈ ਹੀ ਨਹੀਂ, ਪਰ ਜੇ ਅਸੀਂ ਉਹ ਕਾਈ ਨੂੰ ਪਰੇ ਕਰ ਦਈਏ ਤੇ ਥੱਲੇ ਪਾਣੀ ਦਿਸਦਾ ਨਾ। ਤੇ ਏਦਾਂ ਹੀ ਪਾਤਸ਼ਾਹ ਨੇ ਸਾਨੂੰ ਸਮਝਾਉਂਦਿਆਂ ਹੋਇਆ ਇੱਕ ਵਚਨ ਕੀਤਾ, ਆਪਾਂ ਪੜ੍ਹਦੇ ਰਹਿੰਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਪੋਹਪ ਮਦ ਜੋ ਬਾਸ ਵਸਤ ਹੈ, ਮਕਰ ਮੈਂ ਜੈਸੇ ਸਾਹੀ। ਪਾਤਸ਼ਾਹ ਜੀ ਕਹਿੰਦੇ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਪਾਤਸ਼ਾਹ ਕਹਿੰਦੇ ਆਪਣੇ ਆਪ ਦੀ ਪਛਾਣ ਕਰਨ ਤੋਂ ਬਿਨਾ ਜਿਹੜੀ ਭਰਮ ਦੀ ਕਾਈ ਹੈ, ਪੜਦਾ ਹੈ ਆਤਮਾ ਪਰਮਾਤਮਾ ਦੇ ਵਿਚਕਾਰ, ਪਾਤਸ਼ਾਹ ਕਹਿੰਦੇ ਉਹ ਮਿਟਦਾ ਨਹੀਂ ਹੈ, ਉਹ ਪਰੇ ਨਹੀਂ ਹਟਦਾ, ਭਾਵੇਂ ਕਿ ਬਹੁਤਾ ਨਹੀਂ ਹੈ। ਭੰਭੀਰੀ ਕੇ ਪਾਤ ਪਰਦੋ, ਪਾਤਸ਼ਾਹ ਨੇ ਭੰਭੀਰੀ ਦਾ ਵੀ ਉਦਾਹਰਨ ਦਿੱਤਾ, ਜਿਹਨੂੰ ਭੰਭੀਰੀ ਆਪਾਂ ਇੱਕ ਛੋਟਾ ਜਿਹਾ, ਭਾਵ ਕਿ ਉਹ ਜਾਨਵਰ ਹੈ ਨਾ, ਜੀ ਹੈ, ਉਹਦੇ ਪਰਦਾ ਹੁੰਦਾ ਕਿੰਨਾ, ਜਿਹੜੇ ਖੰਭ ਹੁੰਦੇ ਆ, ਭਾਵ ਕਿ ਬਹੁਤ ਹੀ ਬਰੀਕ ਪਰਦਾ ਹੁੰਦਾ, ਇੱਕ ਆਰ ਪਾਰ ਦਿਸਦਾ ਹੁੰਦਾ ਉਹਦੇ ਤਵੈਸ਼ੇ, ਭੰਭੀਰੀ ਦਾ ਪਰਦਾ। ਤੇ ਪਾਤਸ਼ਾਹ ਕਹਿੰਦੇ ਬਸ ਓਨੀ ਕੁ ਪਰਦਾ ਬਣਿਆ ਹੋਇਆ ਸਾਡਾ, ਇੱਕ ਪਰਮਾਤਮਾ ਬੈਠਾ ਅੰਦਰ ਹੀ ਹੈ। ਇਹ ਆਤਮਾ ਨੇ ਭਾਵ ਕਿ ਇੱਕ ਭਰਮ ਦਾ ਪਰਦਾ ਬਣਾ ਲਿਆ, ਜਿਹਦੇ ਕਰਕੇ ਇਹਨੂੰ ਸਮਝ ਹੀ ਨਹੀਂ ਆ ਰਹੀ, ਆਪੇ ਨਹੀਂ ਭੁੱਲਿਆ ਹੋਇਆ। ਇਸੇ ਕਰਕੇ ਸੋ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਕਹਿੰਦੇ ਭਾਈ ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਜਨ ਨਾਨਕ ਬਿਨ ਆਪਾ ਚੀਨੇ, ਚੀਨਣ ਦਾ ਭਾਵ ਪਛਾਣ, ਆਪਣੇ ਨੂੰ ਆਪ ਨੂੰ ਨਹੀਂ ਪਛਾਣਦਾ, ਉਹਨਾਂ ਚਿਰ ਪਾਤਸ਼ਾਹ ਕਹਿੰਦੇ ਮਿਟੇ ਨਾ ਭਰਮ ਕੀ ਕਾਈ। ਭਰਮ ਦਾ ਪਰਦਾ, ਭਰਮ ਦੀ ਕਾਈ ਉਹਨਾਂ ਚਿਰ ਪਰੇ ਨਹੀਂ ਹੁੰਦੀ। ਇਹ ਤਾਂ ਸਤਿਗੁਰੂ ਜੀ ਹੀ ਕਿਰਪਾ ਕਰਦੇ ਨੇ, ਜਿਹੜੇ ਭਰਮ ਦੀ ਕਾਈ ਨੂੰ ਚੱਕਦੇ ਆ, ਮਿਟਾ ਦਿੰਦੇ ਆ। ਜੇ ਹੁਣ ਗੁਰੂ ਸਾਹਿਬ ਨਾਲ ਜੁੜੇਗਾ ਮਨ ਸਾਡਾ ਤੇ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ। ਖੈਰ ਜੁੜਦਾ ਨਹੀਂ, ਤਾਂ ਕਰਕੇ ਗੁਰੂ ਪਿਆਰਿਓ ਉਹੀ ਭਰਮ ਆ, ਉਹੀ ਦਵੈਸ ਵਿੱਚ ਅਸੀਂ ਫਿਰਦੇ ਆ, ਉਹੀ ਮੇਰ ਤੇਰ ਤੂੰ ਮੈਂ ਹੈ। ਤੇ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਈ ਦਾ। ਭਰਮ ਵਿੱਚ ਭੁਲਾਉਂਦਾ ਵੀ ਉਹੀ ਹੈ,
ਭਰਮ ਵਿੱਚੋਂ ਕੱਢ ਕੇ ਸਮਝਾਉਂਦਾ ਵੀ ਉਹੀ ਹੈ। ਜੇ ਉਸ ਮਾਲਕ ਨਾਲ ਜੁੜਿਆ ਜਾਏ, ਉਹ ਕੌਣ ਹੈ? ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਸਾਡੇ ਲਈ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਗੁਰਸਿੱਖ ਦੇ ਲਈ। ਬਸ ਜੇ ਗੁਰੂ ਪਾਤਸ਼ਾਹ ਨਾਲ ਜੀਵ ਜੁੜ ਗਿਆ, ਮਨ ਜੁੜ ਗਿਆ, ਤੇ ਸਤਿਗੁਰੂ ਜੀ ਸਾਨੂੰ ਆਪੇ ਆਪ ਦੀ ਪਛਾਣ ਕਰਵਾਉਣਗੇ, ਕਰਾਉਂਦੇ ਆ। ਬਾਣੀ ਨਾਲ ਜੁੜਾਂਗੇ ਤੇ ਬਾਣੀ ਵਿੱਚ ਹੀ ਸਾਹਿਬਾ ਦੱਸਦਾ, ਬੜੀ ਵਾਰ ਆਪਾਂ ਪੜ੍ਹਦੇ ਆ ਨਾ, ਸਾਹਿਬ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਹਿਬ ਕਹਿੰਦੇ, ਪਿਆਰਿਆ ਐ ਮਨਾ, ਤੂੰ ਹੀ ਉਹ ਜੋਤ ਸੱਚੀ ਹੈ, ਤੂੰ ਹੀ ਉਹ ਤਤ ਸਾਰ ਹੈ, ਤੂੰ ਹੀ ਉਹ ਮਾਲਕ ਦਾ ਰੂਪ ਹੈ। ਬਸ ਆਪਣੇ ਆਪ ਦੀ ਪਛਾਣ ਕਰ ਲੈ, ਪਛਾਣ ਕਰ ਲੈ। ਪਰ ਅਸੀਂ ਕਹਿੰਦੇ ਆ, ਅਸੀਂ ਆਪਣੇ ਆਪ ਨੂੰ ਜਾਣਦੇ ਹਾਂ, ਅਸੀਂ ਫਲਾਣਾ ਸਿਉ ਹਾਂ, ਅਸੀਂ ਆਪਣੇ ਆਪ ਨੂੰ ਜਾਣਦੇ ਹਾਂ, ਇੰਨਾ ਮੈਂ ਪੜ੍ਹਿਆ ਲਿਖਿਆ ਹਾਂ, ਇੰਨੀ ਸੰਪਤੀ ਦਾ ਮਾਲਕ ਹਾਂ, ਅਸੀਂ ਇਹ ਜਾਣਦੇ ਹਾਂ ਆਪਣੇ ਆਪ ਨੂੰ। ਪਰ ਪਾਤਸ਼ਾਹ ਕਹਿੰਦੇ, ਬੰਦਿਆ ਬਸ ਆਪੇ ਦੀ ਪਛਾਣ ਕਰ ਲੈ ਵੀ ਅਸਲ ਤੂੰ ਕੀ ਹੈ। ਬਸ ਸਾਡਾ ਤਾਂ ਪਾਤਸ਼ਾਹ ਜੀ ਕਹਿੰਦੇ, ਮਾਧਵੇ ਕਿਆ ਕਹੀਏ ਭਰਮ ਐਸਾ। ਕਹਿੰਦੇ ਮਾਲਕਾ, ਬਾਬਾ ਰਵਿਦਾਸ ਜੀ ਕਹਿੰਦੇ ਨੇ, ਕਿਉਂਕਿ ਉਹਨਾਂ ਨਾਲ ਬੜਿਆਂ ਨੇ ਖਾਰ ਖਾਧੀ ਸੀ, ਤੂੰ ਮੇਰੇ ਵਾਲੀ ਮੈਂ ਤੂੰ ਬਾੜੀ, ਵੀ ਤੂੰ ਕਿਵੇਂ ਜਪਦਾ ਫਿਰਦਾ ਨਾਮ, ਤੂੰ ਕਿਵੇਂ ਜਪ ਸਕਦਾ। ਪਾਤਸ਼ਾਹ ਨੇ ਕਿਰਪਾ ਕੀਤੀ ਸੀ ਤੇ ਬਾਬਾ ਰਵਿਦਾਸ ਜੀ ਮਹਾਰਾਜ ਨੇ ਇਹ ਬਚਨ ਕੀਤੇ, ਕਹਿੰਦੇ ਆ ਮੇਰਾ ਮਾਲਕਾ ਮਾਧਵੇ ਕਿਆ ਕਹੀਏ, ਕੀ ਕਹੀਏ, ਭਰਮ ਐਸਾ, ਭਰਮ ਹੀ ਇਹੋ ਜਿਹਾ ਪਿਆ ਪਿਆ ਸਾਨੂੰ, ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਜਿਹੜਾ ਅਸੀਂ ਮੰਨੀ ਬੈਠਿਆ ਨਾ ਦੁਨੀਆਦਾਰ, ਉਹ ਤਾਂ ਹੈ ਹੀ ਨਹੀਂ ਤੂੰ ਮਾਲਕਾ। ਸਾਡਾ ਤਾਂ ਹੋਰ ਹੀ ਕੁਝ, ਅਸੀਂ ਤਾਂ ਰੱਬ ਨੂੰ ਬਣਾਇਆ ਹੋਇਆ, ਅਸੀਂ ਹੋਰ ਹੀ ਕੁਝ, ਅਸੀਂ ਤਾਂ ਵੰਡੀਆਂ ਰੱਬ ਦੀਆਂ ਵੀ ਪਾ ਲੀਆਂ। ਤੇ ਪਾਤਸ਼ਾਹ ਜੀ ਉਹ ਤਾਂ ਗੱਲ ਹੀ ਨਹੀਂ ਹੈ। ਤੇ ਇੱਥੇ ਵੀ ਸਭ ਆਹੀ ਬਚਨ ਕਰਦੇ ਆ ਵੀ ਆ ਭਾਈ ਬਸ ਭਰਮ ਭੁਲੇਖਾ ਪੈ ਗਿਆ, ਤੇ ਸਮਝੋ ਜੇ ਅਸੀਂ ਮਾਲਕ ਨਾਲ ਟੁੱਟ ਗਏ, ਬਾਣੀ ਨਾਲ ਟੁੱਟ ਗਏ, ਤੇ ਮਾਲਕ ਸਾਨੂੰ ਭਰਮਾਂ ਚ ਪਾ ਦਿੰਦਾ, ਭੁਲੇਖਿਆਂ ਚ ਪਾ ਦਿੰਦਾ। ਜੇ ਮਾਲਕ ਨਾਲ ਜੁੜਾਂਗੇ ਤੇ ਮਾਲਕ ਸਾਨੂੰ ਰਾਹ ਦਰਸਾ ਦਿੰਦਾ। ਤੇ ਇਸੇ ਕਰਕੇ ਸਾਹਿਬਾ ਕਹਿੰਦੇ ਆ, ਗੁਰਸਿੱਖਾ ਗੁਰਬਾਣੀ ਨਾਲ ਜੁੜ ਤੇ ਗੁਰੂ ਕਾ ਜਾਪ ਜਪਿਆ ਕਰ, ਕਿਉਂਕਿ ਗੁਰੂ ਤੋਂ ਬਿਨਾ ਤੇਰਾ ਕੋਈ ਹੋਰ ਨਹੀਂ। ਗੁਰਸਿੱਖ ਨੂੰ ਖਾਸ ਹਦਾਇਤ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਪਾਤਸ਼ਾਹ ਕਹਿੰਦੇ ਗੁਰੂ ਕੀ ਮੂਰਤ ਨੂੰ ਹਿਰਦੇ ਵਿੱਚ ਟਿਕਾ ਲੈ ਭਾਈ, ਗੁਰੂ ਕੇ ਸ਼ਬਦ ਨੂੰ ਮੰਤਰ ਬਣਾ ਲਾ। ਅਸਲ ਮੰਤਰ ਗੁਰੂ ਕਾ ਸ਼ਬਦ ਹੈ, ਤੇਰੇ ਲਈ ਹੋਰ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਨਾ ਕਿਤੇ ਪੈ ਜੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਅੱਗੇ, ਸਭ ਕਿਸ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦਾ ਲਾਏ, ਆਪੇ ਥਾਪਿਓ ਥਾਪੇ ਵੇਖੈ ਗੁਰਮੁਖ ਆਪ ਬੁਝਾਈਂਦਾ। ਸਭ ਕਿਸ ਆਪੇ ਆਪ ਕਰਾਏ, ਸਭ ਕਿਸ ਮੇਰਾ ਮਾਲਕ ਆਪ ਹੀ ਕਰਦਾ ਤੇ ਆਪ ਕਰਵਾਉਂਦਾ ਹੈ। ਮੇਰਾ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਕੁਝ ਆਪ ਕਰਦਾ ਹੈ ਤੇ ਸਭ ਕੁਝ ਆਪ ਹੀ ਕਰਵਾਉਂਦਾ ਜੀਆਂ ਦੇ ਕੋਲੋਂ। ਤੇ ਬਾਕੀ ਸਾਨੂੰ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆ ਬਾਣੀ ਦੀ ਰਹਿਮਤ ਕੀਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਡੀ ਵਿਚੋਲਗੀ ਕਰ ਰਹੇ ਨੇ, ਵਿੱਚ ਹੋ ਕੇ ਸਾਨੂੰ ਸਮਝਾ ਰਹੇ ਨੇ। ਕਿਉਂਕਿ ਪਾਤਸ਼ਾਹ ਜੀ ਇਹ ਬਚਨ ਕਰਦੇ ਆ ਬਾਣੀ ਵਿੱਚ, ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਬਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਿਛੜਿਆ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਮੇਲਦੇ ਆ, ਜਾਂ ਇਉਂ ਕਹ ਲਈਏ ਪ੍ਰਭੂ ਪਰਮਾਤਮਾ ਜੀ ਸਾਨੂੰ ਵਿਛੜਿਆ ਨੂੰ ਗੁਰੂ ਸਾਹਿਬ ਨਾਲ ਮੇਲ ਕੇ, ਵਿਚੋਲੇ ਨਾਲ ਮੇਲ ਕੇ ਉਸ ਵਾਹਿਗੁਰੂ ਤਾਈਂ ਪਹੁੰਚਾਉਂਦੇ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਦਾ ਭਾਵ ਹੁੰਦਾ ਵਿਚੋਲਾ, ਵਕੀਲ ਵੀ ਅਰਥ ਕੀਤੇ ਜਾਂਦੇ ਆ। ਵਕੀਲ ਦਾ ਵੀ ਕਰਮਤਾ ਹੀ ਹੁੰਦਾ ਕਿ ਨਾ ਵਿਚਕਾਰ ਹੋ ਕੇ ਗੱਲ ਕਰਦਾ, ਇੱਧਰ ਲਈ ਉੱਧਰ ਉੱਧਰ ਉੱਧਰ। ਤੇ ਇਸੇ ਕਰਕੇ ਆਓ ਹੁਣ ਵਿਸਤਾਰ ਨਹੀਂ। ਸਾਹਿਬ ਕਹਿੰਦੇ ਆਪੇ ਸਿਰ ਸਿਰ ਧੰਦੇ ਲਾਏ, ਆਪੇ ਮੇਰੇ ਮਾਲਕ ਨੇ ਸਾਰਿਆਂ ਨੂੰ ਧੰਦੇ ਵਿੱਚ ਲਾਇਆ ਹੋਇਆ। ਜੋ ਵੀ ਅਸੀਂ ਧੰਦਾ ਧੰਦਾਰ ਕਰਦੇ ਆ, ਇਹ ਮਾਲਕ ਨੇ ਲਾਇਆ। ਬਸ ਅਸੀਂ ਮਾਲਕ ਵੱਲੋਂ ਸਹੀ ਤਰੀਕੇ ਨਾਲ ਸਮਝ ਕੇ ਕਰਮ ਕਰੀਏ, ਆਪਣੇ ਫਰਜ਼ ਸਮਝ ਕੇ ਕਰੀਏ, ਪਿਆਰ ਨਾਲ ਕਰੀਏ, ਇਮਾਨਦਾਰੀ ਨਾਲ ਕਰੀਏ,
ਤੇ ਹਰ ਇੱਕ ਕਰਮ ਮਾਲਕ ਦਾ ਸਮਝ ਕੇ ਕਰਾਂਗੇ, ਕੋਈ ਧੋਖਾ ਧੜੀ ਮਨ ਵਿੱਚ ਮੈਲ ਨਹੀਂ ਰੱਖਾਂਗੇ ਤੇ ਸਾਹਿਬਾ ਫਿਰ ਉਹੀ ਕਰਮ ਨੂੰ ਸੇਵਾ ਬਣਾ ਕੇ ਸਾਡੇ ਤੇ ਮਿਹਰ ਕਰ ਦੇਗਾ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਬੰਦਿਆ ਕਿਤੇ ਇਹੋ ਨਾ ਇਕੱਲਾ ਸਮਝ ਲਈ ਵੀ ਧਾਰਮਿਕ ਸਥਾਨਾਂ ਦੀ ਸੇਵਾ ਹੁੰਦੀ ਹੈ ਜਾਂ ਕਿਤੇ ਸਪੈਸ਼ਲ ਕੋਈ ਦਿਨ ਹੋਵੇ ਫੇਰ ਹੀ ਸੇਵਾ ਹੁੰਦੀ ਹੈ, ਇਹੋ ਨਾ ਸਮਝ ਲਈ। ਤੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿਉਂਕਿ ਇਹ ਤਾਂ ਗੁਰੂ ਨਾਨਕ ਦਾ ਸਕੂਲ ਹੈ, ਇੱਥੇ ਆ ਕੇ ਅਸੂਲ ਸਿੱਖਣਿਆ ਸੀ ਵੀ ਜੇ ਇੱਥੇ ਜਿਵੇਂ ਅਸੀਂ ਭਾਈ ਭਾਵਨਾ ਨਾਲ ਕੰਮਕਾਜ ਕਰਦੇ ਹਾਂ, ਪਿਆਰ ਦੇ ਨਾਲ ਰਲ ਮਿਲ ਕੇ ਸੇਵਾਵਾਂ ਨਿਭਾਉਂਦੇ ਆ, ਤੇ ਇੱਥੋਂ ਇਹ ਸਿੱਖਿਆ ਲੈਣੀ ਆ ਵੀ ਜਿੱਥੇ ਵੀ ਅਸੀਂ ਜਾਣਾ, ਘਰ ਪਰਿਵਾਰ ਵਿੱਚ ਕਿਤੇ ਨੌਕਰੀ ਚਾਕਰੀ ਤੇ ਵੀ, ਉੱਥੇ ਵੀ ਇਸ ਤਰੀਕੇ ਨਾਲ ਭਾਵਨਾ ਨਾਲ ਕਰਮ ਕਰੀਏ, ਆਪਣਾ ਇਮਾਨਦਾਰੀ ਨਾਲ ਕਰਮ ਕਰੀਏ, ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਮ ਕਰੀਏ, ਫਿਰ ਉਹ ਵੀ ਸਾਰਾ ਕੁਝ ਸੇਵਾ ਬਣ ਜੂ। ਤਦੇ ਤਾਂ ਮਾਟੋ ਲਿਖੇ ਹੁੰਦੇ ਆ ਕਿ ਨਾ, ਸਕੂਲਾਂ ਦੇ ਉੱਪਰ ਆਪਾਂ ਪੜ੍ਹਦੇ ਹਾਂ ਕਿ ਨਾ, ਦੋਹੇ ਪਾਸੇ ਕਈ ਥਾਵਾਂ ਲਿਖੇ ਹੁੰਦੇ ਆ, ਉੱਥੇ ਲਿਖਿਆ ਹੁੰਦਾ ਵੀ ਸਿੱਖਣ ਲਈ ਆਓ, ਦੂਜੇ ਬੰਨੇ ਲਿਖਿਆ ਹੁੰਦਾ ਸੇਵਾ ਲਈ ਜਾਓ। ਵੀ ਇੱਥੇ ਤੁਸੀਂ ਸਿੱਖਣ ਲਈ ਆਉਣਾ ਵੀ ਸੇਵਾ ਕਿਵੇਂ ਕਰਨੀ ਹੈ ਭਾਈ, ਕਿਵੇਂ ਸੰਸਾਰ 'ਚ ਵਿਚਰਨਾ ਹੈ, ਫਿਰ ਕਰਨਾ ਕਿੱਥੇ ਆ ਜਾ ਕੇ, ਦੁਨੀਆ ਦੇ ਵਿੱਚ ਸੇਵਾ ਲਈ ਜਾਓ। ਤੇ ਮਾਲਕ ਬਾਣੀ ਵਿੱਚ ਵੀ ਇਹੀ ਬਚਨ ਕਰਦੇ ਆ ਸਾਹਿਬ ਜੀ, ਕਹਿੰਦੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬਾਸਣ ਪਾਈਐ। ਦੁਨੀਆ ਦੇ ਵਿੱਚ ਭਾਵ ਕੇ ਆ ਸੰਸਾਰ ਵਿੱਚ ਜਿੱਥੇ ਲੋੜ ਹੈ ਸੇਵਾ ਦੀ ਉੱਥੇ ਕਰਨੀ ਚਾਹੀਦੀ ਹੈ, ਜਿੱਥੇ ਲੋੜ ਹੈ ਕਿਸੇ ਨੂੰ ਸਹਾਇਤਾ ਦੀ ਉਹਦੀ ਕਰਨੀ ਚਾਹੀਦੀ ਹੈ। ਇਸੇ ਕਰਕੇ ਸਾਹਿਬਾ ਇਹ ਮਿਹਰ ਕਰਦੇ ਆ, ਸਾਨੂੰ ਸਮਝਾਉਂਦੇ ਆ ਵੀ ਮੇਰੇ ਮਾਲਿਕ ਨੇ ਆਪੇ ਸਿਰੇ ਸਿਰ ਧੰਦੇ ਲਾਏ, ਉਹਨੇ ਧੰਦੇ ਵਿੱਚ ਸਾਨੂੰ ਲਾਇਆ ਹੋਇਆ। ਤੇ ਪਾਤਸ਼ਾਹ ਕਹਿੰਦੇ ਆਪੇ ਥਾਪ ਉਹ ਥਾਪੇ ਵੇਖੈ, ਆਪੇ ਥਾਪਨਾ ਕਰਦਾ ਤੇ ਆਪੇ ਉਹ ਥਾਪਨਾ ਕਰਦਾ। ਥਾਪਣ ਦਾ ਭਾਵ ਹੁੰਦਾ ਹੈ ਪੈਦਾ ਕਰਨਾ, ਉਹ ਥਾਪਣ ਦਾ ਭਾਵ ਹੁੰਦਾ ਖਤਮ ਕਰਨਾ। ਜਨਮ ਤੇ ਮੌਤ ਵੀ ਉਹਦੇ ਹੱਥ ਆਪਣੇ ਵਿੱਚ ਰੱਖੀ ਹੋਈ ਆ। ਪਾਤਸ਼ਾਹ ਕਹਿੰਦੇ ਗੁਰਮੁਖ ਆਪ ਬੁਝਾਏਂਦਾ। ਗੁਰੂ ਸਾਹਿਬ ਜੀ ਇਹ ਸਾਨੂੰ ਸਮਝਾ ਰਹੇ ਹਨ। ਅੱਗੇ ਸਾਹਿਬ ਜੀ, ਸੱਚਾ ਸਾਹਿਬ ਗਹਿਰ ਗੰਭੀਰਾ, ਸਦਾ ਸਲਾਹੀ ਤਾਂ ਮਨ ਧੀਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਬਸਾਏਂਦਾ। ਸਾਹਿਬ ਕਹਿੰਦੇ ਸੱਚਾ ਸਾਹਿਬ ਗਹਿਰ ਗੰਭੀਰਾ, ਜਿਹੜਾ ਸੱਚਾ ਸਾਹਿਬ ਮਾਲਕ ਹੈ ਭਾਈ ਉਹ ਬੜਾ ਗਹਿਰ ਹੈ, ਗਹਿਰ ਗੰਭੀਰਾ, ਡੂੰਘਾ ਤੇ ਬੜਾ ਸੰਜੀਦਾ ਹੈ। ਤੇ ਪਾਤਸ਼ਾਹ ਕਹਿੰਦੇ ਸਦਾ ਸਲਾਹੀ ਤਾਂ ਮਨ ਧੀਰਾ, ਸਦਾ ਹੀ ਕਹਿੰਦੇ ਭਾਈ ਉਸ ਮਾਲਕ ਨੂੰ ਧਿਆਉਣਾ ਕਰ, ਧਿਆਨ ਵਿੱਚ ਰੱਖੀ। ਜੇ ਧਿਆਨ ਵਿੱਚ ਰੱਖੇਗਾ ਤੇ ਇਹ ਮਨ ਜਿਹੜਾ ਭਾਈ ਧੀਰਜ ਵਾਲਾ ਬਣ ਜੂਗਾ, ਧੀਰਜ ਟਿਕਣ ਲੱਗ ਜਾਏਗਾ ਜੇ ਮਾਲਕ ਨੂੰ ਧਿਆਨ ਵਿੱਚ ਰੱਖਾਂਗੇ। ਹੁਣ ਮਾਲਕ ਨੂੰ ਵਿਸਾਰਤਾ ਮਨ ਨੇ ਫਿਰ ਥੋੜੀ ਮਨ ਖੜਦਾ, ਇਹ ਤਾਂ ਭੱਜਿਆ ਹੀ ਫਿਰਦਾ ਮਨ। ਜੇ ਅਸੀਂ ਮਾਲਕ ਨਾਲ ਜੋੜਾਂਗੇ, ਜੁੜਨ ਦਾ ਸਾਧਨ ਹੈ ਗੁਰੂ ਕੀ ਬਾਣੀ, ਬਾਣੀ ਦੁਆਰਾ ਹੀ ਸਭ ਕਹਿੰਦੇ ਮਨ ਟਿਕਦਾ ਭਾਈ, ਉਦਾਂ ਟਿਕਦਾ ਨਹੀਂ। ਮਨ ਟਿਕਣ ਨਾ ਪਾਵੇ ਰਾਈ, ਪਾਤਸ਼ਾਹ ਕਹਿੰਦੇ ਰਾਈ ਮਾਤਰ ਵੀ ਨਹੀਂ ਟਿਕਦਾ। ਟਿਕਣ ਦਾ ਸਾਧਨ ਇੱਕੋ ਹੀ ਹੈ ਜੋ ਦੱਸਿਆ ਪਾਤਸ਼ਾਹ ਨੇ। ਸਾਹਿਬ ਕਹਿੰਦੇ ਹੈ ਜਿਉ ਮੰਦਰ ਕੋ ਥੰਮੈ ਥੰਮਣ, ਤਿਉ ਗੁਰ ਕਾ ਸ਼ਬਦ ਮੰਨਿਆ ਸਥੰਮਣ। ਜਿਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਸ਼ਬਦ ਹੈ ਜਿਹੜਾ ਇਹ ਮਨ ਨੂੰ ਟਿਕਾਉਂਦਾ, ਜਿਵੇਂ ਆ ਥੰਮ ਸਤ ਨੂੰ ਲਈ ਖੜੇ ਨੇ, ਮੰਦਰ ਨੂੰ ਟਿਕਾਈ ਖੜੇ ਨੇ। ਥੰਮਲੇ ਕੱਢਦੀ ਹੈ ਗੁਰੂ ਪਿਆਰਿਓ, ਕੰਧ ਕੱਢੀ ਜਾਏ ਸਤ ਥੋੜੀ ਕੱਲੀ ਖੜੀ ਰਹੇਗੀ। ਇਸੇ ਕਰਕੇ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ ਵੀ ਜਿਹੜਾ ਸ਼ਬਦ ਹੈ ਭਾਈ, ਸ਼ਬਦ ਨਾਲ ਮਨ ਨੂੰ ਜੋੜਾਂਗੇ ਤੇ ਮਨ ਟਿਕਣ ਲੱਗ ਜੂਗਾ, ਟਿਕ ਜਾਵੇਗਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਾਹਰੀ ਵਚਨ ਵੀ ਆਪਾਂ ਪੜ੍ਹਦੇ ਹਾਂ। ਸਾਹਿਬ ਜੀ ਕਹਿੰਦੇ ਮਨ ਲੋਚੈ ਬੁਰਿਆਈਆਂ, ਮਨ ਹਰ ਸਮੇਂ ਬੁਰੇ ਕੰਮ ਲੋਚਦਾ ਰਹਿੰਦਾ ਹੈ, ਭਾਲਦਾ ਰਹਿੰਦਾ ਹੈ। ਤੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਕਦੇ ਗੁਰੂ ਕਾ ਸ਼ਬਦ ਹੈ ਭਾਈ ਇਹਦਾ ਹੋੜਾ, ਜੇ ਹੋੜਾ ਲਾ ਦਾਂਗੇ, ਹੋੜਾ ਹੁਣ ਤਾਂ ਇਹ ਬਚਨ ਵੀ ਆਪਾਂ ਛੇਤੀ ਸੁਣਦੇ ਨਹੀਂ, ਨਾ ਪਤਾ ਹੀ ਇਹੋ ਜਿਹੇ ਬਚਨਾਂ ਦਾ। ਹੋੜਾ ਭਾਵ ਕੀ ਹੁੰਦਾ, ਛੋਟਾ ਜਿਹਾ ਹੋੜਾ ਲਾਇਆ ਜਾਏ ਬੜੇ ਵੱਡੇ ਵੱਡੇ ਭਾਰਾਂ ਨੂੰ ਵਜਨਾਂ ਨੂੰ ਰੋਕ ਲੈਂਦਾ ਹੋੜਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਨ ਬੜਾ ਪਰਬਲ ਹੈ, ਛੇਤੀ ਕਿਸੇ ਕਾਰਨ ਕਰਕੇ ਰੁਕਦਾ ਨਹੀਂ, ਬਸ ਗੁਰੂ ਕਾ ਸ਼ਬਦ ਹੀ ਹੋੜਾ ਇਹਦੇ ਲਈ। ਜੇ ਸ਼ਬਦ ਦਾ ਹੋੜਾ ਲੱਗ ਜਾਵੇ ਇਹਨੂੰ, ਇਹ ਮਨ ਟਿਕ ਜਾਂਦਾ, ਖੜ ਜਾਂਦਾ, ਰੁਕ ਜਾਂਦਾ ਹੈ। ਸੁਰੋ ਵਿਚਾਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਆ ਪਿਆਰਿਆ ਮਾਲਕ ਦੇ ਨਾਲ ਜੁੜਨਾ ਕਰ, ਮਾਲਕ ਐਸਾ ਹੈ ਸੱਚਾ ਸਾਹਿਬ ਗਹਿਰ ਗੰਭੀਰਾ, ਸਦਾ ਸਲਾਹੀ ਤਾਂ ਮਨ ਧੀਰਾ।
जे सदा उहदियां सिफतां करेगा ये मन धीरज विच आऊ टिक जाऊगा। अगम अगोचर कीमत नहीं पाई गुरमुख मन बसाएंदा। जिहड़ा मालिक है सच्चा भाई वो अगम है अगोचर है, साडियां पकड़ां तो परे दी गल है, ओहदी कोई कीमत नहीं, कीमत नाल नहीं मिलदा। पातशाह कहने गुरमुख मन बसाएदा। हाँ गुरु की कृपा हो जाए, गुरु अनुसारी होकर असीं चलन लग जाइए ते पातशाह कहने ये सच ये मन ग्रहण कर लैंदा है, जिहड़ा कीमत नाल नहीं किसी नाल मिलदा। सच है जिहड़ा प्यारिओ, सच्चा मालिक है, ये किसी कीमत नहीं मिलदा, कीमत नाल नहीं। सच का कोई मुल नहीं पा सकदा हुंदा, सच का जिहदे कोले सच होवे। ते आपां इतिहासक तौर ते जे देखांगे ना, बड़े सच वालियां नूं झूठ अपनाउण नूं अगला ने अरबा खरबा रुपये भी अगे रखे भी इन्ना कुछ दे जाएंगे, सट दे सच का खिहड़ा है। आ गल इउं कह दे ते जिहड़े सच वाले सी ओह कहंदे ना बई इउं नहीं गल बननी। जिहड़ा सच है ते सच है। सच नूं बड़ियां ने गुरु प्यारिओ झठलाउण दे लई बड़िया जमीनां जायदादां महल माड़ियां राज भाग दिखाए, पर जिन्हां कोले सच सी वो सच नूं इन्हां वस्तां नाल खरीद नहीं सके। सच्चा नहीं खरीदिया जांदा हुंदा, झूठा तां थोड़े समय ती टकियां ती विक जांदी है। ते इस करके पातशाह जी ये मेहर करदिया समझाउंदे है भी आ प्यारिओ जिहड़ा सच है वो कीमत नाल नहीं मिलदा, अगम अगोचर कीमत नहीं पाई। बस गुरु की कृपा हो जाए, गुरमुख मन बसाएंदा, बस फिर आप ही कृपा हो जाए, सच्चा आके मन विच बस जाता। गुरु की रहमत हो जाए, गुरु तो समझ आ जाए। फिर वह विचार आखिर में जाके साहब जी कहते ने आप निराल मोहर धंधा लोई गुर प्रसादी बूझै कोई, नानक नाम बसै घट अंतर गुरमुख गुरमति मेल मलाएंदा। सब कहते आप निरालम, मेरा वाहिगुरु है जिहड़ा आप वो निरालम है। निरालम का भाव हुंदा निरलेप, भी हर एक दे अंदर वसदा ते उहनूं कोई लेप सेप नहीं, वो निरलेप है। होर धंधा लोई, पातशाह कहंदे बाकी सारी लुकाई धंधियां विच लाई हुई है मेरे वाहिगुरु ने। सब जीआं नूं धंधे विच लाया होया, पर मेरा वाहिगुरु आप बैठा वेख रिहा सबनां नूं भी किहड़ा किहो जिहा धंधा करदा भाई, किहड़ा सही तरीके नाल करदा, किहड़ा बधिया चट्टियां ही भरदा, किहड़ा ईमानदारी नाल करदा है, वो सब कुछ वेखदा है। आप निरलेप है। ते पातशाह कहंदे आप निरालम होर धंधा लोई गुर प्रसादी बूझै कोई। गुरु की कृपा सदका इन्हां बचनां नूं उस मालिक नूं कोई बिरला समझदा है। बिरला समझदा, जिहड़ा समझदा वो कोई धोखाधड़ी नहीं करदा, वो कहंदा मालिक वेखदा भाई। वो कहना मालिक ने सानू ये अहुदे दिते ने, ईमानदारी नाल काम करना है। जिहड़ा समझदा, जिहड़ा समझदा वो कहता भी मेरे मालिक ने सानू इत्थे बैठालना कीता, असीं दुनिया की सेवा करनी है, दुनिया के काम काज भले करने, चंगे करने आ। पर जिहड़े समझदे जी हन वो कहंदे असीं इन्नी मेहनत करके इत्थे आए आ भी हुण असीं कुछ बनाउणा भी है, असीं कुछ इउं भी करना जे भी करना, भाव के फिर इधर नूं हो जांदी है। इसे करके साहब जी कहने ने वो बिरले ने भाई जिहड़े बुझदे आ गुरु की कृपा सदका इन्हां बचनां नूं गुर प्रसादी बूझै कोई। पातशाह कहंदे नानक नाम बसै घट अंतर गुरमति मेल मिलाइंदा। गुरु नानक साहब महाराज तीसरे सरूप विच कह रहे ने भाई नाम है जिस जिहड़ा गुरु की कृपा सदका अंदर वस जांदा है, जिते गुरु की रहमत हुंदी है, गुरमति मेल मिलादा। गुरु की मत जिन्हों आ जाती है, गुरु की मत द्वारा ही उस वाहिगुरु दे नाल मिलाप हो जाता। गुरु साहब जी मत दे के मिलाप कराउंदे ताते आओ सानू गुरु की मत आ जाए, असीं भी इस सच्चे नाम नूं हिरदे घर विच वसा लईए ते साडा भी इस जिंद दा आत्मा दा परमात्मा नाल किते मिलाप हो जाए। साहब दे चरणां विच अरदास बेनती करिए सच्चे पातशाह मेहर कर दो, कृपा कर दो, रहमत कर दो साडे ते, तुहाडा सच नाम उपदेश बाणी विचार साडे हिरदे घर बस जावे। सच्चे पातशाह असीं भी कदे भुलीए ना, तेरे गुण गाइए, गुण गाउंदे होए असीं भी इस जीवन नूं सफल बनाइए। कृपा कर दो साडे सबना ते सच्चे साहिब जी, बिसर नाहीं दातार अपना नाम देहो गुण गावां दिन रात।
नानक चावे हो होइयां भुलां दी खिमा बख्शिश करनी जी। शब्द की संपूर्णता ही है। सच्चे पातशाह मेहर करन। इस तो अगला शब्द आपां कल नूं आरंभ करांगे। आओ कुछ समा गुरमंत्र द्वारा सांझ पाइए। प्रेम सहित सारी संगत आखना करो जी। वाहिगुरु 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 वाहिगुरु